अगर किसी बंदे नूं गुरदे फेलियर हो गया और गुरदे की बीमारी तो ग्रस्त है, ठीक है, और स्टेज 3 तक है, क्रेटिनिन 2 या 3 हो गया, तो मैं एक दवाई दसन लग्या, उन्होंने नोट कर लो तुसीं सारे। अगर ये 2 दवाइयां बंदा खा लेंदा तो मेरी गारंटी है कि उन्होंने डायलिसिस की नौबत सारी जिंदगी नहीं आऊगी। पहली दवाई का नाम है आह गोखरू चूरन, और दूजी दवाई हैगी आह पंच त्रिनमूल कवात। अगर कोस्ट वाइज देखा जाए तो ये टोटल कोस्ट इन्होंने दोनों की महीने की दवाई की बनती है 150 तो 200 रुपये। 200 रुपये अगर वो अपने ते खर्च लेंदा तो ठीक हो जाऊगा। लोग नाम नहीं दसते, असीं नाम भी तुहानूं दस रहे और इसका यूज़ भी किवें करना है। सिंपल अद्धा कप दुध लेना, अद्धा कप पानी लेना और अद्धा चम्मच दवाई का पाना और उन्होंने पा के उबाल लेना। उदों तक रझा लेना जब तक वो अद्धा ना रह जाए। अद्धा रह गया सवेरे खाली पेट पी लेना। इदां ही ये 4 चम्मच सवेरे शाम लेने आ अद्धे गिलास पानी दे विच पा के। इन्हां दोनों दवाइयां नूं अपना लो, गुरदे बच जाएंगे, तुहाडी जिंदगी बच जाएगी और क्वालिटी लाइफ तुहाडी मेनटेन हो जाएगी। मेरे कोल हुण तक कम से कम नहीं तो कोई 30,000 बंदे इस बीमारी का इलाज करवा चुके हैं या करवा रहे हैं। साडे कोल 4 तो 5 साल का डाटा मेनटेन है पेशेंट का, जिहड़े कि चलदे पए। 140-50 रुपए की दवाई गुरदिਆਂ ਦੇ ਲਈ ਜਿਨ੍ਹਾਂ ਨੂੰ ਡਾਇਲਿਸਿਸ ਤੱਕ ਦੀ ਨੌਬਤ ਆ ਗਈ ਹੈ, ਔਰ ਇਹ 2 ਦਵਾਈਆਂ ਤੁਸੀਂ ਬਾਜ਼ਾਰ ਦੇ ਵਿੱਚੋਂ ਕਿਤੋਂ ਵੀ ਖਰੀਦ ਲਓ, ਤੁਹਾਨੂੰ ਨਾਮ ਸਕਰੀਨ ਦੇ ਉੱਪਰ ਅਸੀਂ ਦੁਬਾਰਾ ਫਿਰ ਦੇ ਦਿੰਨੇ ਆ, ਔਰ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਜਮਾਉਣਾ ਸ਼ੁਰੂ ਕਰ ਦਿਓ ਤਾਂ ਡਾਇਲਿਸਿਸ ਤੱਕ ਜਾਣ ਦੀ ਨੌਬਤ ਵੀ ਤੁਹਾਡੀ ਬਚ ਸਕਦੀ ਹੈ। ਕ੍ਰੀਟੀਨਾਈਨ ਲੈਵਲ ਜਿਨ੍ਹਾਂ ਦਾ ਸਟੇਜ 3 ਤੱਕ ਪਹੁੰਚ ਚੁੱਕਿਆ ਹੈ, ਉਹ ਵੀ ਡਾਕਟਰ ਸਾਹਿਬ ਦਾ ਕਹਿਣਾ ਵੀ ਰਿਕਵਰ ਹੋ ਜਾਂਦੇ ਆ। ਡਾਕਟਰ ਸਾਹਿਬ ਇਹਦਾ ਬਹੁਤ ਵਧੀਆ ਨੁਸਖਾ ਬਹੁਤ ਲੋਕਾਂ ਦੇ ਕੰਮ ਆਉਣ ਵਾਲਾ ਹੈ। ਡੈਫੀਨੇਟਲੀ ਲੋਕੀ ਆਮ ਤੌਰ ਦੇ ਉੱਤੇ ਸਾਡੇ ਕੋਲ ਪਹੁੰਚਦੇ ਹੀ ਉਦੋਂ ਹੈ ਜਦੋਂ ਉਹਨਾਂ ਦਾ ਕ੍ਰੈਟਿਨ ਬਹੁਤ ਵੱਧ ਜਾਂਦਾ। ਅਗਰ ਉਹ ਸਟੇਜ 3 ਤੱਕ ਜਦੋਂ ਕ੍ਰੈਟਿਨ 2 ਜਾਂ 3 ਹੈਗਾ ਔਰ ਇਹਨਾਂ ਚੀਜ਼ਾਂ ਨੂੰ ਅਪਣਾ ਲੈਣ, ਆਪਣੀ ਲਾਈਫ ਦੇ ਵਿੱਚ ਮੇਨਟੇਨ ਕਰ ਲੈਣ ਤਾਂ ਉਹਨਾਂ ਦਾ ਨਹੀਂ ਵਧੂਗਾ। ਇਹ ਗਰੰਟੀ ਹੈ ਸਾਡੀ। ਲੋਕੀ ਕਹਿੰਦੇ ਕੀ ਕਰਦੇ ਡਾਕਟਰ ਸਾਹਿਬ, ਮੈਂ ਫਰੂਟ ਬੜਾ ਦਬਾ ਕੇ ਖਾਣਾ, ਜੂਸ ਬਹੁਤ ਪੀਣਾ, ਜਦ ਕਿ ਜਿਹਨੂੰ ਗੁਰਦਿਆਂ ਦੀ ਬਿਮਾਰੀ ਹੈ ਨਾ ਤਾਂ ਉਹਨੇ ਫਰੂਟ ਖਾਣਾ ਔਰ ਨਾ ਉਹਨੇ ਜੂਸ ਪੀਣਾ। ਇਹ ਕੰਟਰਾ ਇੰਡੀਕੇਟਿਡ ਹੈ, ਬਿਲਕੁਲ ਮਨਾ ਹੈ ਉਸ ਬੰਦੇ ਨੂੰ। ਕਿਉਂ ਮਨਾ ਹੈ? ਕਿਉਂਕਿ ਗੁਰਦਿਆਂ ਦੀ ਬਿਮਾਰੀ ਦੇ ਵਿੱਚ ਪੋਟਾਸ਼ੀਅਮ ਵੱਧਦਾ ਔਰ ਤੁਹਾਨੂੰ ਪੋਟਾਸ਼ੀਅਮ ਰਿਚ ਡਾਈਟ ਬਿਲਕੁਲ ਮਨਾ ਹੈ। ਉਸ ਨੂੰ ਕਿਸੇ ਮਤਲਬ ਡਾਕਟਰ ਨੇ ਐਲੋਪੈਥਿਕ ਨੇ ਕਹਿਤਾ ਵੀ ਤੁਹਾਨੂੰ ਡਾਇਲਿਸਿਸ ਕਰਵਾਉਣਾ ਪੈਂਦਾ ਹੈ, ਔਰ ਤੁਸੀਂ ਕਿੰਨੇ ਕ੍ਰੀਟੀਨਾਈਨ ਦੇ ਲੈਵਲ ਤੱਕ ਤੁਸੀਂ ਕਹਿ ਦਿੰਦੇ ਹੋ ਵੀ ਡਾਇਲਿਸਿਸ ਦੀ ਜ਼ਰੂਰਤ ਨਹੀਂ ਹੈ, ਅਸੀਂ ਰਿਕਵਰ ਕਰ ਲਾਂਗੇ? ਦੇਖੋ, ਅਗਰ ਤਾਂ ਮੇਰੇ ਕੋਲ ਪੇਸ਼ੈਂਟ ਆ ਕੇ ਇਹ ਕਹਿੰਦਾ ਹੈ ਕਿ ਮੇਰਾ ਡਾਇਲਿਸਿਸ ਨਹੀਂ ਹੋਇਆ ਹੈ ਹਜੇ ਤੱਕ ਔਰ ਮੈਨੂੰ ਡਾਕਟਰ ਨੇ ਡਾਇਲਿਸਿਸ ਕਰਾਉਣ ਲਈ ਕਿਹਾ ਹੈ, ਤਾਂ 99% ਅਸੀਂ ਉਹਦਾ ਡਾਇਲਿਸਿਸ ਰੋਕ ਸਕਦੇ ਹਾਂ। ਕਿਵੇਂ ਰੋਕ ਸਕਦੇ ਹੈਗੇ ਆ? ਉਹਦੇ ਵਾਸਤੇ ਸਾਡਾ ਇੱਕ ਪੂਰਾ ਸੈੱਟ ਪ੍ਰੋਟੋਕੋਲ ਹੈ, ਸਾਡਾ ਹਸਪੀਟਲ ਹੈ ਜਿੱਦਾਂ, ਉਹਦੇ ਵਿੱਚ ਅਸੀਂ ਆਪਣੇ ਪੇਸ਼ੈਂਟ ਨੂੰ ਪੂਰਾ ਪ੍ਰੋਟੋਕੋਲ ਦਿੰਦੇ ਹਾਂ, ਦਵਾਈ ਸਮਝਾਉਂਦੇ ਹਾਂ, ਉਹਦਾ ਡਾਇਲਿਸਿਸ ਰੁਕ ਜਾਂਦਾ ਹੈ। ਠੀਕ ਹੈ, ਕੋਸ਼ਿਸ਼ ਇਹ ਹੁੰਦੀ ਹੈ ਕਿ ਡਾਇਲਿਸਿਸ ਰੁਕ ਜਾਵੇ, ਪਰ ਕਈ ਵਾਰ ਪੇਸ਼ੈਂਟ ਆਂਦਾ ਹੀ ਉਸ ਸਟੇਜ 'ਤੇ ਜਿਹਦੇ ਵਿੱਚ ਉਹਨੂੰ ਪਿਸ਼ਾਬ ਬਿਲਕੁਲ ਹੀ ਨਹੀਂ ਆ ਰਿਹਾ, ਪੂਰਾ ਸੋਜਾ ਪਿਆ ਹੋਇਆ ਸਰੀਰ ਦੇ ਵਿੱਚ, ਖੂਨ ਘਟਿਆ ਹੋਇਆ ਵਾ 4 ਗ੍ਰਾਮ 5 ਗ੍ਰਾਮ ਹੈਗਾ, ਤਾਂ ਫਿਰ ਉਹਦੇ ਵਿੱਚ ਸਾਨੂੰ ਡਾਇਲਿਸਿਸ ਹੋ ਸਕਦਾ ਇੱਕ ਅੱਧੀ ਵਾਰ ਕਰਾਉਣਾ ਵੀ ਪੈਂਦਾ। ਇੱਕ ਅੱਧੀ ਵਾਰ ਡਾਇਲਿਸਿਸ ਕਰਾਉਣ ਨਾਲ ਕੁਝ ਨਹੀਂ ਹੁੰਦਾ, ਬਟ ਅਗਰ ਉਹ ਡਾਇਲਿਸਿਸ 10 ਤੋਂ 15 ਵਾਰ ਹੋ ਗਿਆ, ਉਹਦੇ ਗੁਰਦਿਆਂ ਦੇ ਵਿੱਚ ਇੱਕ ਵਾਰੀ ਜਿਹਨੂੰ ਅਸੀਂ ਕੈਨੂਲਾ ਬੋਲਦੇ ਹਾਂ ਉਹ ਬਣਾ ਲਿਆ, ਫਿਰ ਉਹਨੂੰ ਡਾਇਲਿਸਿਸ ਰੈਗੂਲਰ ਬੇਸਿਸ 'ਤੇ ਕਰਾਉਣਾ ਪੈਂਦਾ ਹੈ। ਡਾਕਟਰ ਯੋਗੇਸ਼ ਬਾਂਸਲ ਜੀ ਸਾਡੇ ਨਾਲ ਜੁੜ ਚੁੱਕੇ ਨੇ, ਔਰ ਜਿਸ ਤਰ੍ਹਾਂ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਕਿਡਨੀ ਦੇ ਸਪੈਸ਼ਲਿਸਟ ਨੇ ਔਰ PhD ਨੇ। ਸਭ ਤੋਂ ਵੱਡੀ ਗੱਲ ਹੈ ਆਯੁਰਵੈਦਾ ਦੇ ਵਿੱਚ PhD, ਔਰ ਜਿਨ੍ਹਾਂ ਦੀ ਪਕੜ ਕਿਡਨੀ ਔਰ ਪੇਟ ਦੇ ਉੱਪਰ ਬਹੁਤ ਹੀ ਜ਼ਿਆਦਾ ਹੈ। ਅੱਜ ਜਾਣਦੇ ਹਾਂ ਵੀ ਕਿਸ ਤਰ੍ਹਾਂ ਕਿਡਨੀ ਦੇ ਰੋਗ ਉਹਨਾਂ ਤੋਂ ਬਚਿਆ ਜਾ ਸਕਦਾ ਹੈ, ਜੋ ਡਾਇਲਿਸਿਸ ਤੱਕ ਪਹੁੰਚ ਜਾਂਦੇ ਆ ਕਿਸ ਤਰ੍ਹਾਂ ਉਸ ਨੂੰ ਰਿਵਰਸ ਕੀਤਾ ਜਾ ਸਕਦਾ ਹੈ, ਕਿਹੜੀਆਂ ਚੀਜ਼ਾਂ ਨੇ ਜਿਸ ਦੇ ਨਾਲ ਕਿਡਨੀ ਰੋਗ ਹੋਣ ਹੀ ਨਾ, ਔਰ ਹਜ਼ਾਰਾਂ ਮਰੀਜ਼ ਇਹਨਾਂ ਕੋਲ ਠੀਕ ਹੋ ਚੁੱਕੇ ਨੇ। ਬਹੁਤ ਹੀ ਜ਼ਿਆਦਾ ਪਕੜ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿਡਨੀ ਦੇ ਉੱਪਰ। ਕਿਡਨੀ ਦੇ ਜੋ ਪੇਸ਼ੈਂਟ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਦੇ ਲਈ ਇਹ ਵੀਡੀਓ ਇੱਕ ਤਰ੍ਹਾਂ ਦਾ ਵਰਦਾਨ ਸਾਬਤ ਹੋਏਗੀ। ਤੇ ਗੱਲਬਾਤ ਕਰ ਲੈਂਦੇ ਯੋਗੇਸ਼ ਬਾਂਸਲ ਜੀ ਨਾਲ। ਸਰ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਥੈਂਕ ਯੂ ਜੀ। ਕਿਡਨੀ ਦੇ ਰੋਗਾਂ ਦੀ ਤੁਹਾਨੂੰ ਕਾਫੀ ਰეკਮੈਂਡ ਕੀਤਾ ਜਾ ਰਿਹਾ ਹੈ, ਔਰ PhD ਡਾਕਟਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਤੁਸੀਂ ਇੱਕੋ ਇੱਕ ਡਾਕਟਰ ਅਜਿਹੇ ਹੋਵੋਗੇ ਜੋ ਕਿਡਨੀ ਦੀ PhD ਕਰ ਰਹੇ ਹੋ, ਔਰ ਬਹੁਤ ਸਾਰੇ ਪੇਸ਼ੈਂਟ ਜੋ ਘਰ ਵਿੱਚ ਬੈਠੇ ਸਾਡੀ ਵੀਡੀਓ ਨੂੰ ਦੇਖਦੇ ਨੇ, ਆਯੁਰਵੈਦਿਕ ਤਰੀਕਿਆਂ ਦੇ ਨਾਲ ਕਿਸ ਤਰ੍ਹਾਂ ਕਿਡਨੀ ਨੂੰ ਠੀਕ ਕੀਤਾ ਜਾ ਸਕਦਾ ਹੈ, ਖਾਸ ਕਰਕੇ ਜੋ ਡਾਇਲਿਸਿਸ ਦੇ ਨਜ਼ਦੀਕ ਪਹੁੰਚ ਜਾਂਦੇ ਨੇ ਜਾਂ ਜਿਨ੍ਹਾਂ ਦਾ ਕ੍ਰੀਟੀਨਾਈਨ ਲੈਵਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਔਰ ਕਿਹੜੀਆਂ ਸਟੇਜਸ ਨੇ, ਕਿਸ ਤਰ੍ਹਾਂ ਇਸ ਨੂੰ ਕਵਰ ਕੀਤਾ ਜਾ ਸਕਦਾ ਹੈ? ਦੇਖिए, किडनी की बीमारी आज के टाइम पे ना बहुत ज़्यादा हो गई है। ਉਹਦਾ ਇੱਕ ਕਾਰਨ ਹੈ ਆਪਣਾ ਖਾਣ ਪਾਨ ਔਰ ਵੱਧਦੀ ਬਿਮਾਰੀਆਂ। ਆਪਾਂ ਦੇਖਦੇ ਹਾਂ ਕੋਈ ਵੀ ਸਿਰ ਦਰਦ ਹੋਇਆ, ਹਲਕਾ ਜਿਹਾ ਵੀ ਬੁਖਾਰ ਹੋਇਆ, ਆਪਾਂ ਚੱਕ ਕੇ ਦਵਾਈਆਂ ਖਾਣੀ ਸ਼ੁਰੂ ਕਰ ਦਿੰਦੇ ਹਾਂ। ਇਹ ਸਭ ਤੋਂ ਜ਼ਿਆਦਾ ਮਾੜੀ ਚੀਜ਼ ਹੋ ਰਹੀ ਹੈ। ਦੂਸਰਾ ਹੈਗਾ ਵਾ ਮੈਟਾਬੋਲਿਕ ਡਿਸਆਰਡਰ। ਮੈਟਾਬੋਲਿਕ ਡਿਸਆਰਡਰ मतलब ਅੱਜ ਕੱਲ੍ਹ ਦੇਖਦੇ ਹਾਂ ਕਿ 2 ਬਿਮਾਰੀਆਂ, ਸ਼ੂਗਰ ਤੇ BP, ਇਹ ਬਹੁਤ ਕਾਮਨ ਹੈ। ਹਰ ਇੰਡੀਆ ਨੂੰ ਤਾਂ ਕਿਹਾ ਵੀ ਜਾਂਦਾ ਹੈ ਕਿ ਇਹ ਸ਼ੂਗਰ ਦੀ ਕੈਪੀਟਲ ਹੈ,
ਤੋ ਸ਼ੂਗਰ ਹੋਣਾ, ਸ਼ੂਗਰ ਵਧਣਾ ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਬਟ ਸ਼ੂਗਰ ਤੇ ਜਿਹੜੇ ਕੰਪਲਿਕੇਸ਼ਨ ਹੈ ਉਹਨਾਂ ਚੋਂ ਇੱਕ ਹੈਗਾ ਗੁਰਦੇ ਦੀ ਬਿਮਾਰੀ ਹੋਣਾ, ਜਿਹਨੂੰ ਅਸੀਂ ਰੀਨਲ ਫੇਲੀਅਰ ਕਹਿੰਦੇ ਆ। ਆਮ ਤੌਰ ਤੇ ਜਿਨ੍ਹਾਂ ਦੀ ਸ਼ੂਗਰ ਨਹੀਂ ਕੰਟਰੋਲ ਹੁੰਦੀ ਜਾਂ ਜਿਨ੍ਹਾਂ ਦਾ ਬੀਪੀ ਨਹੀਂ ਕੰਟਰੋਲ ਹੁੰਦਾ, ਮੋٹے-ਮੋٹے ਦੋ ਕਾਰਨ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਬੰਦੇ ਨੂੰ ਬਿਮਾਰੀ ਆਉਂਦੀ ਹੈ। ਔਰ ਇਹ ਜਿਹੜੀ ਰੀਨਲ ਫੇਲੀਅਰ ਹੈ ਇੱਕ ਡੈਡਲੀ ਡਿਜ਼ੀਜ਼ ਹੈ। ਅਗਰ ਇਹਨੂੰ ਆਪਾਂ ਮੌਕੇ ਤੇ ਟਾਈਮ ਸਿਰ ਨਹੀਂ ਫੜਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਬੰਦੇ ਨੂੰ ਇਹ ਲੈ ਕੇ ਹੀ ਡੁੱਬਦੀ ਹੈ। ਔਰ ਜੇ ਤੁਸੀਂ ਬਚਣਾ ਚਾਹੁੰਦੇ ਆ ਤਾਂ ਮੈਂ ਅੱਜ ਜਿਵੇਂ ਤੁਹਾਨੂੰ ਦੱਸਿਆ ਕਿ ਆਹ 2-4 ਚੀਜ਼ਾਂ ਹੈਗੀਆਂ, ਜੇ ਆਪਾਂ ਨੂੰ ਕੰਟਰੋਲ ਕਰ ਲਈਏ ਤੇ ਵਧੀਆ ਤਰੀਕੇ ਨਾਲ ਇਹਨੂੰ ਠੀਕ ਕਰ ਸਕਦੇ ਆ ਆਪਾਂ। ਸਟੇजेस ਕਿਸ ਤਰ੍ਹਾਂ ਹੁੰਦੀਆਂ ਨੇ? ਜਿਵੇਂ ਹਰ ਇੱਕ ਬਿਮਾਰੀ ਦੇ ਵਿੱਚ ਸਟੇਜ ਨੂੰ ਤੁਸੀਂ ਲੈਵਲ ਬਣਾਏ ਹੁੰਦੇ ਆ, ਫਸਟ, ਸੈਕੰਡ, ਥਰਡ। ਕਿਡਨੀ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਹੈਗਾ, ਡਾਇਲਿਸਿਸ ਦੀ ਜ਼ਰੂਰਤ ਕਿਹੜੀ ਸਟੇਜਾਂ ਤੇ ਜਾ ਕੇ ਪੈਂਦੀ ਹੈ? ਦੇਖੀ ਡਾਇਲਿਸਿਸ ਜਿਹੜੀ ਸਟੇਜ ਹੈ ਨਾ ਉਹ ਲਾਸਟ ਸਟੇਜ ਹੈ। ਆਮ ਤੌਰ ਤੇ ਗੁਰਦੇ ਦੀ ਬਿਮਾਰੀ ਜਿਹਨੂੰ ਅਸੀਂ ਰੀਨਲ ਫੇਲੀਅਰ ਬੋਲਦੇ ਹਾਂ, ਇਹ ਦੋ ਹਿੱਸਿਆਂ 'ਚ ਵੰਡਦੇ ਹਾਂ ਅਸੀਂ। ਇੱਕ ਹੁੰਦੀ ਹੈ ਐਕਿਊਟ ਰੀਨਲ ਫੇਲੀਅਰ ਔਰ ਦੂਜਾ ਹੁੰਦਾ ਕ੍ਰੋਨਿਕ ਰੀਨਲ ਫੇਲੀਅਰ। ਐਕਿਊਟ ਰੀਨਲ ਫੇਲੀਅਰ ਦਾ ਮਤਲਬ ਹੈ ਕਿਸੇ ਨੂੰ ਕੋਈ ਬਿਮਾਰੀ ਹੋ ਗਈ, ਕੋਈ ਲੂਜ਼ ਮੋਸ਼ਨ ਲੱਗ ਗਏ, ਡਾਇਰੀਆ ਹੋ ਗਿਆ ਜਾਂ ਕੋਈ ਇਨਫੈਕਸ਼ਨ ਹੋ ਗਈ ਜਿਹਦੇ ਕਾਰਨ ਗੁਰਦੇ ਖਰਾਬ ਹੋ ਗਏ। ਉਹ ਥੋੜੀ ਦੇਰ ਲਈ ਹੁੰਦੇ ਆ, ਕੁਝ ਸਮੇਂ ਪਾ ਕੇ ਉਹ ਠੀਕ ਹੋ ਜਾਂਦੇ ਆ। ਪਰ ਦਿੱਕਤ ਕਿੱਥੇ ਆਉਂਦੀ ਹੈ? ਜਦੋਂ ਇਹ ਬਿਮਾਰੀ ਕ੍ਰੋਨਿਕ ਹੋ ਜਾਂਦੀ ਹੈ, ਜਿਹਨੂੰ ਅਸੀਂ ਕ੍ਰੋਨਿਕ ਕਿਡਨੀ ਡਿਜ਼ੀਜ਼ ਬੋਲਦੇ ਹਾਂ, CKD ਬੋਲਦੇ ਹਾਂ। ਇਹਦੀਆਂ 5 ਸਟੇजेस ਬੋਲੀ ਜਾਂਦੀਆਂ, ਸਟੇਜ 1, ਸਟੇਜ 2, 3, 4 ਤੇ 5। ਇਹ ਡਿਪੈਂਡ ਕਰਦਾ ਤੁਹਾਡੇ ਕ੍ਰੈਟਿਨਿਨ ਲੈਵਲ ਦੇ ਉੱਤੇ ਤੇ ਤੁਹਾਡੇ GFR ਜਿਹੜਾ ਫਿਲਟਰੇਸ਼ਨ ਰੇਟ ਹੈਗਾ ਗੁਰਦਿਆਂ ਦਾ ਉਹਦੇ ਉੱਤੇ। ਜਿਹੜਾ ਸਟੇਜ 1, 2, 3 ਹੈ, ਆਮ ਤੌਰ ਦੇ ਉੱਤੇ ਅਗਰ ਪੇਸ਼ੈਂਟ ਇਸ ਬਿਮਾਰੀ ਨੂੰ ਇੱਥੇ ਪਕੜ ਲੈਂਦਾ ਤਾਂ ਇਹਨੂੰ ਅਸੀਂ ਰਿਵਰਸ ਕਰ ਸਕਦੇ ਹਾਂ ਆਯੁਰਵੇਦ ਰਾਹੀਂ। ਐਲੋਪੈਥੀ ਦੇ ਵਿੱਚ ਇਹ ਬੋਲਿਆ ਜਾਂਦਾ ਹੈ ਕਿ ਜਿਹਦਾ ਇੱਕ ਵਾਰੀ ਕ੍ਰੈਟਿਨਿਨ ਵੱਧ ਗਿਆ ਔਰ ਉਹਨੂੰ ਲੇਬਲ ਕਰਤਾ ਕ੍ਰੋਨਿਕ ਹੋ ਗਿਆ, ਉਹ ਠੀਕ ਨਹੀਂ ਹੋ ਸਕਦਾ। ਔਰ ਲੋਕੀ ਵੇਟ ਕਰਦੇ ਆ ਕਿ ਕਦੋਂ ਉਹਦੀ ਸਟੇਜ 4 ਜਾਂ ਸਟੇਜ 5 ਆਏਗੀ ਔਰ ਕਦੋਂ ਉਹਦਾ ਡਾਇਲਿਸਿਸ ਸ਼ੁਰੂ ਕਰੀਏ। ਬਟ ਮੈਂ ਐਜ਼ ਏ ਆਯੁਰਵੈਦਿਕ ਫਿਜ਼ੀਸ਼ੀਅਨ, ਐਜ਼ ਏ ਆਯੁਰਵੈਦਿਕ ਡਾਕਟਰ ਔਰ ਇੱਕ PhD ਸਕੋਲਰ ਹੋਣ ਦੇ ਨਾਤੇ ਇਹ ਕਹਿ ਸਕਦਾ ਹਾਂ ਕਿ ਅਗਰ ਮੇਰੇ ਕੋਲ ਕੋਈ ਸਟੇਜ 3 ਤੱਕ ਦਾ ਜਿਹਦਾ ਕ੍ਰੈਟਿਨਿਨ ਲੈਵਲ 2, 2.5, 3 ਤੱਕ ਹੈਗਾ, ਉਦੋਂ ਡਾਇਲਿਸਿਸ ਦੀ ਲੋੜ ਪੂਰੀ ਜ਼ਿੰਦਗੀ ਨਹੀਂ ਪਵੇਗੀ, ਇਹ ਮੇਰੀ ਗਰੰਟੀ ਹੈ, ਅਗਰ ਉਹ ਮੇਰੇ ਕਹੇ ਅਨੁਸਾਰ ਚੱਲਦਾ ਵਾ। ਠੀਕ ਹੈ। ਇੱਦਾਂ ਹੀ ਸਟੇਜ 4 ਹੈ ਜਿਹਦੇ ਵਿੱਚ ਕ੍ਰੈਟਿਨਿਨ ਲੈਵਲ 4 ਤੋਂ 6 ਤੱਕ ਪਹੁੰਚ ਜਾਂਦਾ, GFR ਜਿਹੜਾ ਹੈਗਾ ਉਹ ਘਟ ਕੇ 30 ਤੋਂ ਵੀ ਘਟ ਜਾਂਦਾ ਹੈਗਾ। ਔਰ ਸਟੇਜ 5 ਜਿਹਨੂੰ ਅਸੀਂ ESRD ਐਂਡ ਸਟੇਜ ਰੀਨਲ ਡਿਜ਼ੀਜ਼ ਬੋਲਦੇ ਹਾਂ, ਉਹਦੇ ਵਿੱਚ ਕੀ ਹੁੰਦਾ ਹੈ ਕਿ ਬੰਦੇ ਦਾ ਜਿਹੜਾ GFR ਰੇਟ ਹੈ ਉਹ ਬਿਲਕੁਲ ਖਤਮ ਹੋ ਜਾਂਦਾ, ਘਟ ਜਾਂਦਾ, ਮਿਨੀਮਮ ਹੋ ਜਾਂਦਾ, ਕ੍ਰੈਟਿਨਿਨ ਲੈਵਲ 8-9 ਤੋਂ ਉੱਪਰ ਚਲਾ ਜਾਂਦਾ ਔਰ ਉਹਨੂੰ ਪਿਸ਼ਾਬ ਆਉਣਾ ਬੰਦ ਹੋ ਜਾਂਦਾ, ਜਿਹਦੇ ਵਾਸਤੇ ਸਾਨੂੰ ਫਿਰ ਉਹਨੂੰ ਡਾਇਲਿਸਿਸ ਕਰਵਾਉਣਾ ਹੀ ਪੈਂਦਾ। ਅਗਰ ਕੋਈ ਬੰਦਾ ਸਾਡੇ ਕੋਲੇ ਡਾਇਲਿਸਿਸ ਵਾਲੀ ਸਟੇਜ ਦੇ ਵਿੱਚ ਹੀ ਆਂਦਾ ਔਰ ਜੇ ਕੋਈ ਕਹੇ ਕਿ ਤੁਸੀਂ ਡਾਕਟਰ ਸਾਹਿਬ ਡਾਇਲਿਸਿਸ ਬੰਦ ਕਰਵਾ ਦੋਗੇ ਸਾਡਾ ਚੱਲਦਾ, ਤੇ ਇਹ ਹੁੰਦਾ ਕਿ ਨਹੀਂ, ਇਹ ਬੰਦ ਨਹੀਂ ਹੋਣਾ। ਇੱਕ ਵਾਰੀ ਡਾਇਲਿਸਿਸ ਸ਼ੁਰੂ ਹੋ ਗਿਆ ਜਾਂ ਜਿਹਦੇ 10-15 ਵਾਰੀ ਡਾਇਲਿਸਿਸ ਹੋ ਚੁੱਕਿਆ, ਉਹਦਾ ਡਾਇਲਿਸਿਸ ਨਹੀਂ ਬੰਦ ਹੋਏਗਾ। ਲੋਕੀ ਕਹਿੰਦੇ ਅਸੀਂ ਡਾਇਲਿਸਿਸ ਬੰਦ ਕਰਾ ਦਾਂਗੇ ਜੀ, ਅਸੀਂ ਕਰਾ ਇਹ ਸਭ ਕੁਝ ਝੂਠ ਹੈ, ਬਲਫ ਹੈ। ਪੇਸ਼ੈਂਟ ਦੀ ਲਾਈਫ ਦੇ ਨਾਲ ਖਿਲਵਾੜ ਹੈ। ਪੇਸ਼ੈਂਟ ਦੀ ਲਾਈਫ ਨੂੰ ਕੁਆਲਿਟੀ ਮੇਨਟੇਨ ਕਰਨਾ ਹੀ ਇੱਕ ਡਾਕਟਰ ਦਾ ਫਰਜ਼ ਹੁੰਦਾ। ਮੈਂ ਐਜ਼ ਏ ਡਾਕਟਰ ਇਹ ਨਹੀਂ ਕਦੀ ਵੀ ਕਹੂੰਗਾ ਕਿ ਤੁਸੀਂ ਡਾਇਲਿਸਿਸ ਬੰਦ ਕਰਾ ਦਿਓ ਜਾਂ ਮੈਂ ਬੰਦ ਕਰਾ ਦੂੰਗਾ। ਅਗਰ ਜ਼ਰੂਰਤ ਹੈ ਤਾਂ ਕਰਵਾਉਣਾ ਹੈ, ਅਗਰ ਜ਼ਰੂਰਤ ਹੈ ਤਾਂ ਐਲੋਪੈਥਿਕ ਦਵਾਈ ਖਾਣੀ ਹੈ, ਅਗਰ ਜ਼ਰੂਰਤ ਹੈ ਤਾਂ ਡਾਇਲਿਸਿਸ ਦੀ ਲੋੜ ਵੀ ਲੈਣੀ ਹੈ, ਆਪਾਂ ਨੇ ਫਾਇਦਾ ਵੀ ਲੈਣਾ ਹੈ। ਠੀਕ ਹੈ। ਹਾਂ, ਇਹ ਹੈ ਅਗਰ ਅਸੀਂ ਡਾਇਲਿਸਿਸ ਦੇ ਨਾਲ ਆਯੁਰਵੈਦਿਕ ਮੈਡੀਸਿਨ ਸ਼ੁਰੂ ਕਰਦੇ ਹਾਂ ਤਾਂ ਉਹਦੀ ਡਾਇਲਿਸਿਸ ਦੀ ਫ੍ਰੀਕੁਐਂਸੀ ਘਟਾ ਸਕਦੇ ਹਾਂ। ਮਤਲਬ ਬੰਦਾ ਕਹਿੰਦਾ ਕਿ ਮੈਨੂੰ ਹਰ ਦੂਜੇ ਦਿਨ ਡਾਇਲਿਸਿਸ ਕਰਾਉਣਾ ਪੈਂਦਾ, ਮੇਰੀ ਲਾਈਫ ਹੀ ਖਤਮ ਹੋ ਚੁੱਕੀ ਹੈ, ਮੈਨੂੰ 8-8 ਘੰਟੇ ਉੱਥੇ ਹਸਪੀਟਲ ਦੀ ਲਾਈਨ 'ਚ ਲੱਗ ਕੇ ਡਾਇਲਿਸਿਸ ਕਰਾਉਣਾ ਪੈਂਦਾ। ਉਹਦੀ ਅਸੀਂ ਇੰਨੀ ਹੈਲਪ ਕਰ ਸਕਦੇ ਹਾਂ ਕਿ ਉਹ ਬੰਦਾ ਕੁਝ ਮੈਡੀਸਿਨ ਖਾ ਕੇ ਉਹਦੀ ਫ੍ਰੀਕੁਐਂਸੀ ਘਟ ਸਕਦੀ। ਫ੍ਰੀਕੁਐਂਸੀ ਮਤਲਬ ਅਗਰ ਹਫਤੇ 'ਚ 3 ਵਾਰੀ ਕਰਾਉਂਦਾ ਤਾਂ ਹੋ ਸਕਦਾ 2 ਵਾਰੀ ਕਰਾ ਲੇ, ਹੋ ਸਕਦਾ, ਜ਼ਰੂਰੀ ਨਹੀਂ ਹੈ ਕਿ ਫਰਕ ਪਏਗਾ, ਕਿਉਂਕਿ ਆਲਰੇਡੀ ਉਹ ਲਾਸਟ ਸਟੇਜ ਤੇ ਪਹੁੰਚ ਚੁੱਕਿਆ। ਹਾਂ, ਅਸੀਂ ਬੈਨੀਫਿਟ ਇਹ ਕਰ ਸਕਦੇ ਹਾਂ ਕਿ ਉਹਨੂੰ ਕੁਝ ਇਦਾਂ ਦੀ ਮੈਡੀਸਿਨ ਸਾਡੇ ਕੋਲ ਹੈਗੀਆਂ ਜਿਹਦੇ ਨਾਲ ਉਹਦੀ ਫ੍ਰੀਕੁਐਂਸੀ ਘਟਾ ਕੇ ਹਫਤਾ, 10 ਦਿਨ, 15 ਦਿਨ, 1 ਮਹੀਨੇ ਦੇ ਵਿੱਚ 1 ਵਾਰੀ ਕਰਾ ਸਕਦੇ ਹਾਂ। ਔਰ ਅਗਰ ਉਹ ਖੁਸ਼ਕਿਸਮਤ ਹੋਇਆ, ਰੱਬ ਦਾ ਉਹਨੂੰ ਆਸ਼ੀਰਵਾਦ ਹੋਇਆ, ਤਾਂ ਹੋ ਸਕਦਾ ਉਹਦਾ ਡਾਇਲਿਸਿਸ ਬੰਦ ਵੀ ਹੋ ਜਾਏ। ਬਟ ਇਹਦੇ 'ਚ ਕੋਈ ਗਰੰਟੀ ਨਹੀਂ ਹੁੰਦੀ, ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈਗਾ। ਜਿਹਨੂੰ 10 ਤੋਂ 15 ਵਾਰੀ ਜਿਹਨੇ ਡਾਇਲਿਸਿਸ ਕਰਾ ਲਿਆ ਉਹਨੂੰ ਡਾਇਲਿਸਿਸ ਆਮ ਤੌਰ ਤੇ ਕਰਵਾਉਣਾ ਪੈਂਦਾ ਵਾ। ਤੁਹਾਡੇ ਕੋਲ ਕੋਈ ਪੇਸ਼ੈਂਟ ਆਂਦਾ ਤਾਂ ਉਸ ਨੂੰ ਕਿਸੇ ਮਤਲਬ ਡਾਕਟਰ ਨੇ ਐਲੋਪੈਥਿਕ ਨੂੰ ਕਹਤਾ ਵੀ ਤੁਹਾਨੂੰ ਡਾਇਲਿਸਿਸ ਕਰਵਾਉਣਾ ਪੈਂਦਾ ਹੈ, ਔਰ ਤੁਸੀਂ ਕਿੰਨੇ ਕ੍ਰੈਟਿਨਾਈਨ ਦੇ ਲੈਵਲ ਤੱਕ ਤੁਸੀਂ ਕਹਿ ਦਿੰਦੇ ਹੋ ਵੀ ਡਾਇਲਿਸਿਸ ਦੀ ਜ਼ਰੂਰਤ ਨਹੀਂ ਹੈ, ਅਸੀਂ ਰਿਕਵਰ ਕਰ ਲਾਂਗੇ? ਦੇਖੋ, ਅਗਰ ਤਾਂ ਮੇਰੇ ਕੋਲ ਪੇਸ਼ੈਂਟ ਆ ਕੇ ਇਹ ਕਹਿੰਦਾ ਹੈ ਕਿ ਮੇਰਾ ਡਾਇਲਿਸਿਸ ਨਹੀਂ ਹੋਇਆ ਹੈ ਹਜੇ ਤੱਕ ਔਰ ਮੈਨੂੰ ਡਾਕਟਰ ਨੇ ਡਾਇਲਿਸਿਸ ਕਰਾਉਣ ਲਈ ਕਿਹਾ ਹੈ, ਤਾਂ 99% ਅਸੀਂ ਉਹਦਾ ਡਾਇਲਿਸਿਸ ਰੋਕ ਸਕਦੇ ਹਾਂ। ਕਿਵੇਂ ਰੋਕ ਸਕਦੇ ਹੈਗੇ ਆ? ਉਹਦੇ ਵਾਸਤੇ ਸਾਡਾ ਇੱਕ ਪੂਰਾ ਸੈੱਟ ਪ੍ਰੋਟੋਕੋਲ ਹੈ, ਸਾਡਾ ਹਸਪੀਟਲ ਹੈ ਜਿੱਦਾਂ, ਉਹਦੇ ਵਿੱਚ ਅਸੀਂ ਆਪਣੇ ਪੇਸ਼ੈਂਟ ਨੂੰ ਪੂਰਾ ਪ੍ਰੋਟੋਕੋਲ ਦਿੰਦੇ ਹਾਂ, ਦਵਾਈ ਸਮਝਾਉਂਦੇ ਹਾਂ, ਉਹਦਾ ਡਾਇਲਿਸਿਸ ਰੁਕ ਜਾਂਦਾ ਹੈ। ਠੀਕ ਹੈ। ਕੋਸ਼ਿਸ਼ ਇਹ ਹੁੰਦੀ ਹੈ ਕਿ ਡਾਇਲਿਸਿਸ ਰੁਕ ਜਾਵੇ, ਪਰ ਕਈ ਵਾਰ ਪੇਸ਼ੈਂਟ ਆਂਦਾ ਹੀ ਉਸ ਸਟੇਜ ਤੇ ਜਿਹਦੇ ਵਿੱਚ ਉਹਨੂੰ ਪਿਸ਼ਾਬ ਬਿਲਕੁਲ ਹੀ ਨਹੀਂ ਆ ਰਿਹਾ, ਪੂਰਾ ਸੋਜਾ ਪਿਆ ਹੋਇਆ ਸਰੀਰ ਦੇ ਵਿੱਚ, ਖੂਨ ਘਟਿਆ ਹੋਇਆ ਵਾ, 4 ਗ੍ਰਾਮ 5 ਗ੍ਰਾਮ ਹੈਗਾ,
ਤਾਂ ਫਿਰ ਉਹਦੇ ਵਿੱਚ ਸਾਨੂੰ ਡਾਇਲਿਸਿਸ ਹੋ ਸਕਦਾ, ਇੱਕ ਅੱਧੀ ਵਾਰ ਕਰਾਉਣਾ ਵੀ ਪੈਂਦਾ। ਇੱਕ ਅੱਧੀ ਵਾਰ ਡਾਇਲਿਸਿਸ ਕਰਾਉਣ ਨਾਲ ਕੁਝ ਨਹੀਂ ਹੁੰਦਾ, ਬਟ ਅਗਰ ਉਹ ਡਾਇਲਿਸਿਸ 10 ਤੋਂ 15 ਵਾਰ ਹੋ ਗਿਆ, ਉਹਦੇ ਗੁਰਦਿਆਂ ਦੇ ਵਿੱਚ ਇੱਕ ਵਾਰੀ ਜਿਹਨੂੰ ਅਸੀਂ ਕੈਨੂਲਾ ਬੋਲਦੇ ਹਾਂ ਉਹ ਬਣਾ ਲਿਆ, ਫਿਰ ਉਹਨੂੰ ਡਾਇਲਿਸਿਸ ਰੈਗੂਲਰ ਬੇਸਿਸ ਤੇ ਕਰਾਉਣਾ ਪੈਂਦਾ ਹੈਗਾ। ਕੁਝ ਅਜਿਹਾ ਵੀ ਹੈਗਾ ਜਿਹੜੀ ਫਸਟ ਸਟੇਜ ਦੇ ਵਿੱਚ ਕ੍ਰੀਟੀਨਾਈਨ ਲੈਵਲ 3 ਤੱਕ ਹੋਵੇ, ਕੋਈ ਆਯੁਰਵੈਦਿਕ ਅਜਿਹੀਆਂ ਦਵਾਈਆਂ ਜਾਂ ਨੁਸਖੇ ਜਿਨ੍ਹਾਂ ਦੇ ਨਾਲ ਘਰ ਬੈਠੇ ਹੀ ਸਾਡੇ ਜਿਹੜੇ ਪੇਸ਼ੈਂਟ ਤੁਹਾਨੂੰ ਦੇਖ ਰਹੇ ਨੇ ਉਹ ਰਿਕਵਰ ਹੋ ਜਾਣ, ਠੀਕ ਹੋ ਜਾਣ, ਕੁਝ ਅਜਿਹਾ ਆਯੁਰਵੇਦਾ ਦੇ ਵਿੱਚ ਤੁਹਾਡੇ ਕੋਲੇ ਤੁਹਾਡੇ ਐਕਸਪੀਰੀਅੰਸ ਦੇ ਨਾਲ ਕੁਝ ਹੈ? ਦੇਖੋ, ਆਯੁਰਵੇਦ ਦੇ ਵਿੱਚ ਜੇ ਬੰਦਾ ਕੋਈ ਸਟੇਜ 1 ਸਟੇਜ 2, ਪਹਿਲਾਂ ਤਾਂ ਇਹ ਸਮਝਣਾ ਪੈਣਾ ਸਟੇਜ 1 ਹੈ ਕੀ, ਸਟੇਜ 2 ਹੈ ਕੀ। ਸਟੇਜ 1 ਦਾ ਮਤਲਬ ਇਹ ਹੈ ਕਿ ਉਸ ਨੂੰ ਕੋਈ ਲੰਬੀ ਬਿਮਾਰੀ ਸੀ ਜਾਂ ਉਸਨੇ ਕੋਈ ਇਦਾਂ ਦੀ ਦਵਾਈਆਂ ਖਾਧੀਆਂ ਜਿਹਦੇ ਨਾਲ ਉਹਦਾ ਕ੍ਰੈਟਿਨਿਨ ਵੱਧ ਗਿਆ। ਇਦਾਂ ਮੋਟੀ ਗੱਲ ਨੂੰ ਸਮਝਣਾ ਚਾਹੀਏ ਤਾਂ ਆਪਾਂ ਇਹ ਸਮਝੀਏ ਕਿ ਉਹਦਾ ਕ੍ਰੈਟਿਨਿਨ ਲੈਵਲ ਨਾਰਮਲ ਲੈਵਲ ਤੋਂ ਵੱਧਣਾ ਸ਼ੁਰੂ ਹੋ ਗਿਆ, ਤਾਂ ਉਹ ਸਟੇਜ 1 ਦੇ ਵਿੱਚ ਆ ਗਿਆ। ਸਟੇਜ 2 ਦੇ ਵਿੱਚ ਥੋੜਾ ਜਿਹਾ ਹੋਰ ਵੱਧ ਗਿਆ ਔਰ ਨੀਅਰ ਬਾਏ 2 ਪਹੁੰਚ ਗਿਆ। ਉਹ ਸਟੇਜ 3 ਦੇ ਵਿੱਚ 2 ਤੋਂ 3 ਦੇ ਵਿੱਚ ਪਹੁੰਚ ਗਿਆ। ਮੈਂ ਤੁਹਾਨੂੰ ਇਹ ਸ਼ੋਰਟੀ ਦਿੰਦਾ ਕਿ ਮੈਂ ਹੁਣ 2-3 ਚੀਜ਼ਾਂ ਜਿਹੜੀਆਂ ਤੁਹਾਨੂੰ, ਜਿਹਨੂੰ ਤੁਸੀਂ ਪੰਜਾਬੀ 'ਚ ਨੁਸਖੇ ਬੋਲਦੇ ਹੋ, ਮੈਂ ਉਹਨੂੰ ਨੁਸਖਾ ਨਹੀਂ ਕਹੂੰਗਾ, ਮੈਂ ਉਹਨੂੰ ਇੱਕ ਗਾਈਡਲਾਈਨ ਬੋਲੂੰਗਾ। ਅਗਰ ਤੁਸੀਂ ਉਹ ਗਾਈਡਲਾਈਨ ਨੂੰ ਫੋਲੋ ਕਰਦੇ ਹੋ ਤਾਂ ਤੁਹਾਡਾ ਕ੍ਰੈਟਿਨਿਨ ਲੈਵਲ ਨਾਰਮਲ ਵੀ ਹੋ ਸਕਦਾ ਔਰ ਰਿਵਰਸ ਵੀ ਹੋ ਸਕਦਾ। ਔਰ ਮੋਟੀ ਜਿਹੀ ਗੱਲ ਇਹ ਹੈ ਕਿ ਅਗਰ ਉਹ ਨਾਰਮਲ ਔਰ ਰਿਵਰਸ ਨਹੀਂ ਵੀ ਹੁੰਦਾ ਤਾਂ ਤੁਹਾਡਾ ਉਹ ਨਹੀਂ ਵਧੂਗਾ, ਇੰਨੀ ਗਰੰਟੀ ਹੈ ਮੇਰੀ, ਠੀਕ ਹੈ। ਔਰ ਲੋਕੀ ਆਮ ਤੌਰ ਤੇ ਪੁੱਛਦੇ, ਡਾਕਟਰ ਸਾਹਿਬ ਤੁਹਾਡੀ ਦਵਾਈ ਦਾ ਖਰਚਾ ਕਿੰਨਾ ਆਏਗਾ? ਮੈਂ ਕਹਿੰਦਾ ਕਿ ਕੋਈ ਖਰਚਾ ਨਹੀਂ ਹੈਗਾ। 10 ਤੋਂ 15 ਰੁਪਏ ਦੀ ਰੋਜ਼ ਦੀ ਦਵਾਈ ਬਣਦੀ ਹੈ, ਬਾਜ਼ਾਰੋਂ ਤੁਸੀਂ ਖੁਦ ਖਰੀਦ ਸਕਦੇ ਹੋ, ਖੁਦ ਲੈ ਸਕਦੇ ਹੋ। ਸਟੇਜ 2 ਔਰ ਸਟੇਜ 3 ਵਾਲੇ ਬੰਦੇ ਅਗਰ ਇਹ ਦਵਾਈ ਖਾਂਦੇ ਆ ਜਾਂ ਇਹ ਗਾਈਡਲਾਈਨ ਨੂੰ ਫੋਲੋ ਕਰਦੇ ਆ ਤਾਂ ਉਹ ਬੰਦਿਆਂ ਦਾ ਰਿਵਰਸ ਹੋ ਜਾਏਗਾ। ਉਹਦੇ ਵਿੱਚ ਅਸੀਂ ਜਨਰਲੀ ਇੱਕ ਦਵਾਈ ਦਿੰਨੇ ਆ ਜਿਹਦਾ ਨਾਮ ਹੈਗਾ ਗੋਖਰੂ ਚੂਰਨ, ਠੀਕ ਹੈ। ਇਹਦੀ ਕੋਸਟ ਹੈਗੀ ਹੈ 70 ਰੁਪਏ, ਠੀਕ ਹੈ। ਔਰ ਇਹ 100 ਗ੍ਰਾਮ ਦੀ ਸ਼ੀਸ਼ੀ ਹੈ। 5 ਗ੍ਰਾਮ ਗੋਖਰੂ ਚੂਰਨ ਯੂਜ਼ ਕਰਨਾ। ਕਿਵੇਂ ਯੂਜ਼ ਕਰਨਾ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ, ਤੁਸੀਂ ਵੀ ਆਪਣੇ ਸਾਰੇ ਸਰੋਤਾਵਾਂ ਨੂੰ ਦੱਸ ਸਕਦੇ ਹੋ। ਸਟੇਜ 1 ਸਟੇਜ 2 ਸਟੇਜ 3 ਤੱਕ ਇਹਨੂੰ ਯੂਜ਼ ਕਰ ਸਕਦੇ ਆ। ਪਤਾ ਕਿਵੇਂ ਲੱਗਦਾ ਵੀ ਸਾਨੂੰ ਗੁਰਦਿਆਂ ਦੀ ਬਿਮਾਰੀ ਸ਼ੁਰੂ ਹੋ ਗਈ ਹੈ? ਜਦੋਂ ਬੰਦਾ ਸਵੇਰੇ ਉੱਠਦਾ ਸਭ ਤੋਂ ਪਹਿਲਾਂ ਤਾਂ ਉਹਨੇ ਆਪਣਾ ਮੂੰਹ ਦੇਖਣਾ। ਅਗਰ ਉਹਦੀ ਅੱਖਾਂ ਦੇ ਨੀਚੇ ਕਿਸੇ ਤਰ੍ਹਾਂ ਦੀ ਸੂਜਨ ਹੈ, ਮੂੰਹ ਸੁੱਜਿਆ ਹੋਇਆ ਜਾਂ ਲੱਤਾਂ ਬਾਹਾਂ 'ਚ ਕਿਤੇ ਸੂਜਨ ਹੈਗੀ ਹੈ, ਤਾਂ ਉਹਨੂੰ ਆਪਣਾ ਕ੍ਰੈਟਿਨਿਨ ਲੈਵਲ ਚੈੱਕ ਕਰਾਉਣਾ ਚਾਹੀਦਾ। ਇਸ ਤੋਂ ਵੀ ਪਹਿਲਾਂ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਦੋਂ ਪਿਸ਼ਾਬ ਕਰਦੇ ਪਏ ਹੋ ਔਰ ਉਹ 'ਚ ਝੱਗ ਆਉਂਦੀ ਪਈ ਹੈ, ਝੱਗ ਆਉਣ ਦਾ ਮਤਲਬ ਹੈ ਕਿ ਉਹਦੇ ਪਿਸ਼ਾਬ ਦੇ ਵਿੱਚ ਪ੍ਰੋਟੀਨ ਲੀਕ ਹੁੰਦਾ ਪਿਆ। ਉਸ ਪ੍ਰੋਟੀਨ ਨੂੰ ਲੀਕ ਹੋਣ ਤੋਂ ਰੋਕਣਾ, ਇਹੀ ਬਿਮਾਰੀ ਨੂੰ ਰੋਕਣਾ ਹੈ। ਜੇ ਤੁਸੀਂ ਪ੍ਰੋਟੀਨ ਲੀਕ ਹੋਣ ਤੋਂ ਰੋਕ ਲਿਆ, ਤੁਹਾਡੀ ਬਿਮਾਰੀ ਉੱਥੇ ਹੀ ਖੜ ਜੂਗੀ। ਔਰ ਤੀਸਰੀ ਚੀਜ਼ ਜੋ ਸਭ ਤੋਂ ਜ਼ਰੂਰੀ ਹੈ, ਤੁਹਾਨੂੰ ਅੰਡਰਲਾਈਨ ਡਾਇਗਨੋਸ ਕਰਵਾਉਣਾ ਪਏਗਾ। ਮੈਂ ਇੱਕ ਚੀਜ਼ ਫਿਰ ਦੱਸਣ ਲੱਗਿਆ, ਹਰ ਦਵਾਈ ਹਰ ਕਿਸੇ ਬੰਦੇ ਲਈ ਨਹੀਂ ਹੁੰਦੀ। ਇਹਦਾ ਕਾਰਨ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਹਾਨੂੰ ਇਹ ਬਿਮਾਰੀ ਕਿਉਂ ਹੋਈ ਹੈ। ਸਭ ਤੋਂ ਪਹਿਲੀ ਚੀਜ਼, ਇਹ ਤੁਹਾਨੂੰ ਸ਼ੂਗਰ ਦੀ ਵਜ੍ਹਾ ਨਾਲ ਹੋਈ ਹੈ, ਤੁਹਾਨੂੰ ਬੀਪੀ ਦੀ ਵਜ੍ਹਾ ਨਾਲ ਹੋਈ ਹੈ, ਤੁਹਾਨੂੰ ਦੋਨੋਂ ਚੀਜ਼ਾਂ ਦੀ ਵਜ੍ਹਾ ਨਾਲ ਹੋਈ ਹੈ, ਜਾਂ ਤੁਸੀਂ ਪੇਨ ਕਿਲਰ ਹੀ ਇੰਨੇ ਖਾ ਲਏ ਕਿ ਗੁਰਦਿਆਂ ਦਾ ਨਾਸ ਵੱਜ ਗਿਆ। ਹੁਣ ਤੁਸੀਂ ਜੇ ਸ਼ੂਗਰ ਨੂੰ ਕੰਟਰੋਲ ਨਹੀਂ ਕਰੋਗੇ, ਬੀਪੀ ਨੂੰ ਕੰਟਰੋਲ ਨਹੀਂ ਕਰੋਗੇ, ਫਿਰ ਕੋਈ ਦਵਾਈਆਂ ਨੇ ਕਿਸੇ ਨੇ ਕੁਝ ਕੰਮ ਨਹੀਂ ਕਰਨਾ। ਮੈਂ ਤੁਹਾਨੂੰ ਦੱਸਣ ਲੱਗਿਆ ਸੀ ਦਵਾਈ, ਇਹ ਗੋਖਰੂ ਚੂਰਨ ਜਿਹੜਾ ਹੈਗਾ ਇੱਕ ਵੰਡਰਫੁਲ ਡਰਗ ਹੈ, ਆਯੁਰਵੈਦਿਕ ਡਰਗ ਹੈ। ਕਿਤੋਂ ਵੀ ਮਾਰਕੀਟ 'ਚੋਂ ਮਿਲ ਜਾਏਗੀ, 60-70 ਰੁਪਏ ਦੀ ਤੁਹਾਨੂੰ 100 ਗ੍ਰਾਮ ਮਿਲ ਜਾਣੀ ਹੈ। ਅਗਰ ਕਿਸੇ ਨੂੰ ਪਿਸ਼ਾਬ ਦੇ ਵਿੱਚ ਪਹਿਲੀ ਸਟੇਜ ਦੇ ਵਿੱਚ ਝੱਗ ਆਉਂਦੀ ਪਈ ਹੈ ਤਾਂ ਇਹ ਯੂਜ਼ ਕੀਤਾ ਜਾ ਸਕਦਾ, ਇਹਦਾ ਕੋਈ ਨੁਕਸਾਨ ਨਹੀਂ ਹੈ। ਇਹ ਇੱਕ ਤਰ੍ਹਾਂ ਦਾ ਐਂਟੀਆਕਸੀਡੈਂਟ ਕੰਮ ਕਰਦਾ ਹੈ ਔਰ ਪਿਸ਼ਾਬ ਲਿਆਉਣ 'ਚ ਹੈਲਪਫੁਲ ਹੈ। ਕਰਨਾ ਕੀ ਹੈ, ਅੱਧਾ ਕੱਪ ਦੁੱਧ ਲੈਣਾ, ਅੱਧਾ ਕੱਪ ਪਾਣੀ ਲੈਣਾ। ਦੁੱਧ ਹਮੇਸ਼ਾ ਤਾਜ਼ਾ ਲੈਣਾ, ਤਾਜ਼ਾ ਦੁੱਧ ਲੈਣਾ, ਬਾਇਆ ਦੁੱਧ ਨਹੀਂ ਲੈਣਾ, ਰਾਤ ਦਾ ਬਾਸੀ ਦੁੱਧ ਨਹੀਂ ਲੈਣਾ, ਨਹੀਂ ਤਾਂ ਦਵਾਈ ਫਟ ਜਾਊਗੀ। ਸਵੇਰੇ ਤਾਜ਼ਾ ਦੁੱਧ ਲੈਣਾ, ਉਬਾਲਾ ਦੇਣਾ, ਅੱਧਾ ਕੱਪ ਦੁੱਧ ਲੈਣਾ, ਅੱਧਾ ਗਲਾਸ ਪਾਣੀ ਲੈਣਾ, 1 ਚਮਚ ਦਵਾਈ ਪਾ ਕੇ ਉਹਨੂੰ ਉਬਾਲਾ ਦੇਣਾ। ਕਿੰਨੀ ਦੇਰ ਤੱਕ ਉਹਨੂੰ ਰਝਾਣਾ? ਜਦੋਂ ਤੱਕ ਪਾਣੀ ਸਾਰਾ ਉੱਡ ਨਹੀਂ ਜਾਂਦਾ। ਮਤਲਬ ਅਗਰ ਅੱਧਾ ਕੱਪ ਦੁੱਧ ਲਿੱਤਾ ਸੀ ਤਾਂ ਅੱਧਾ ਕੱਪ ਹੀ ਬਚਣਾ ਚਾਹੀਦਾ। ਉਸ ਤੋਂ ਬਾਅਦ ਇਹਨੂੰ ਨਿਰਣੇ ਕਾਲ ਖਾਲੀ ਪੇਟ ਇਹਨੂੰ ਪੀਣਾ, ਔਰ ਇਹਨੂੰ ਪੀਣ ਤੋਂ ਬਾਅਦ ਉਦੋਂ ਤੱਕ ਕੁਝ ਨਹੀਂ ਖਾਣਾ ਜਦੋਂ ਤੱਕ ਤੁਹਾਨੂੰ ਭੁੱਖ ਨਹੀਂ ਲੱਗਦੀ। ਮਤਲਬ ਇਹ ਜਦੋਂ ਤੱਕ ਪਚ ਨਹੀਂ ਜਾਂਦਾ। ਮਤਲਬ ਜੇ ਤੁਸੀਂ ਇਹਨੂੰ 7 ਵਜੇ ਪੀਤਾ ਔਰ ਤੁਹਾਨੂੰ 10 ਵਜੇ ਤੱਕ ਰੋਟੀ ਖਾਣ ਦਾ ਜਾਂ ਨਾਸ਼ਤਾ ਕਰਨ ਦੀ ਇੱਛਾ ਨਹੀਂ ਹੈਗੀ ਤਾਂ ਨਹੀਂ ਖਾਣਾ ਕੁਝ। 2 ਦਿਨ 3 ਦਿਨਾਂ 'ਚ ਇਹ ਨਾਰਮਲ ਹੋਣਾ ਸ਼ੁਰੂ ਹੋ ਜਾਏਗਾ, ਫਿਰ ਆਪਣਾ ਰੂਟੀਨ ਸ਼ੁਰੂ ਕਰ ਲੈਣੀ ਹੈ, ਠੀਕ ਹੈ। ਸਟੇਜ 1 ਔਰ ਸਟੇਜ 2 ਦੇ ਵਿੱਚ ਤਾਂ ਇਸ ਤੋਂ ਉੱਪਰ ਕੁਝ ਨਹੀਂ ਲੋੜ ਆਪਾਂ ਨੂੰ। ਮੈਂ ਗਰੰਟੀ ਦਿੰਦਾ, ਇਹਨੂੰ ਖਾ ਲਓ, ਤੁਸੀਂ ਠੀਕ ਹੋਣਾ ਸ਼ੁਰੂ ਹੋ ਜਾਓਗੇ। ਤੁਹਾਡਾ ਪਿਸ਼ਾਬ 'ਚ ਝੱਗਾ ਨਹੀਂ ਬੰਦ ਹੋ ਜਾਊਗੀ, ਤੁਸੀਂ ਠੀਕ ਹੋਣਾ ਸ਼ੁਰੂ ਹੋ ਜਾਓਗੇ। ਨਾਲ ਸ਼ੂਗਰ ਔਰ ਬੀਪੀ ਜੋ ਤੁਹਾਡੀ ਬਿਮਾਰੀ ਹੈਗੀ ਉਹਨੂੰ ਕੰਟਰੋਲ ਕਰਨਾ, ਉਹ ਤੁਸੀਂ ਐਲੋਪੈਥਿਕ ਦਵਾਈ ਨਾਲ ਕੰਟਰੋਲ ਕਰੋ, ਆਯੁਰਵੈਦਿਕ ਦਵਾਈ ਨਾਲ ਕੰਟਰੋਲ ਕਰੋ, ਇਨਸੂਲਿਨ ਨਾਲ ਕੰਟਰੋਲ ਕਰੋ, ਇੱਕ ਦਵਾਈ ਨਾਲ ਕੰਟਰੋਲ ਕਰੋ, 2 ਨਾਲ ਕੰਟਰੋਲ ਕਰੋ, ਉਹ ਤੁਹਾਡੇ ਉੱਪਰ ਹੈ। ਤੁਹਾਨੂੰ ਗੁਰਦੇ ਦੀ ਪ੍ਰੋਬਲਮ ਅੱਗੇ ਨਹੀਂ ਵਧੂਗੀ। ਸਟੇਜ 2 ਤੋਂ ਬਾਅਦ ਜੇ ਸਟੇਜ 3 ਦੀ ਗੱਲ ਆ ਜਾਂਦੀ ਹੈ ਤਾਂ ਉਹਦੇ ਲਈ ਅਸੀਂ ਇੱਕ ਹੋਰ ਮੈਡੀਸਿਨ ਜੋ ਕਿ ਬੜੀ ਹੀ ਸਸਤੀ ਹੈ, ਜਿਹਨੂੰ ਅਸੀਂ ਪੰਚਤ੍ਰਿਨਮੂਲ ਬੋਲਦੇ ਹਾਂ। ਇਹ ਹੁੰਦਾ ਪੰਚਤ੍ਰਿਨਮੂਲ ਕਵਾਥ। ਇਹ ਕਵਾਥ 5 ਦਵਾਈਆਂ ਤਾਂ ਮਿਲ ਕੇ ਬਣਦਾ, ਠੀਕ ਹੈ। 50-100 ਰੁਪਏ ਦੀ ਕੋਸਟ ਹੈਗੀ ਹੈ। ਮਹੀਨੇ ਦੀ ਦਵਾਈ ਤੁਹਾਡੀ 200 ਰੁਪਏ ਦੀ ਬਣੂਗੀ, ਰੋਜ਼ ਦੀ 10 ਰੁਪਏ ਦੀ ਦਵਾਈ।
ਇਹਦੇ 4 ਚਮਚ ਮਤਲਬ 20 ਗ੍ਰਾਮ ਇਹਨੂੰ ਲੈਣਾ, ਅੱਧੇ ਗਲਾਸ ਪਾਣੀ ਦੇ ਵਿੱਚ ਇਹਨੂੰ ਉਬਾਲਣਾ ਵਾ। ਜਦੋਂ ਪਾਣੀ 2 ਗਲਾਸ ਪਾਣੀ ਲੈਣਾ, ਜਦੋਂ 2 ਗਲਾਸ ਪਾਣੀ ਲੈ ਕੇ ਉਹ ਪਾਣੀ ਅੱਧਾ ਰਹਿ ਗਿਆ, ਮਤਲਬ ਅੱਧਾ ਗਲਾਸ ਰਹਿ ਗਿਆ, ਚੌਥਾ ਹਿੱਸਾ ਰਹਿ ਗਿਆ, ਉਹਨੂੰ ਤੁਸੀਂ ਸਵੇਰੇ ਸ਼ਾਮ ਪੀਣਾ। ਨਾਲ ਸਵੇਰੇ ਦੁੱਧ ਦੇ ਨਾਲ ਇਹ ਪਾਊਡਰ ਲੈਣਾ। ਇਹ 2 ਚੀਜ਼ਾਂ ਲੈ ਲਓ, ਤੁਹਾਡਾ ਕ੍ਰੈਟਿਨਿਨ ਨਹੀਂ ਵਧੂਗਾ, ਇੱਥੇ ਹੀ ਰੁਕ ਜਾਏਗਾ। ਇਹ ਇਲਾਜ ਨਹੀਂ ਹੈ, ਇਹ ਇੱਕ ਪ੍ਰੀਕਾਸ਼ਨ ਹੈ ਉਸ ਬੰਦੇ ਨੂੰ ਜਿਹਨੂੰ ਲੱਗਦਾ ਹੈ ਕਿ ਹੁਣ ਉਹਦਾ ਕ੍ਰੈਟਿਨਿਨ ਵਧਣ ਲੱਗ ਗਿਆ, ਔਰ ਵਧਣ ਤੋਂ ਰੋਕਣਾ ਹੈ। ਔਰ ਜੇ ਤੁਸੀਂ ਨਹੀਂ ਰੋਕੋਗੇ ਫਿਰ ਤੁਹਾਡੀ ਸਟੇਜ 4 ਸਟੇਜ 5 ਆਣੀ ਪੱਕੀ ਹੈ। ਉਹਨੂੰ ਰੋਕਣ ਲਈ ਤੁਹਾਨੂੰ ਬਿਮਾਰੀ ਨੂੰ ਰੋਕਣਾ ਹੀ ਪੈਣਾ ਹੈ। ਇਹਦੇ ਵਿੱਚ ਪਰਹੇਜ਼ ਕਿਹੜੇ-ਕਿਹੜੇ ਹੁੰਦੇ ਨੇ ਮੇਨ, ਜਿਵੇਂ ਕਿਡਨੀ ਦੀ ਜਿਨ੍ਹਾਂ ਨੂੰ ਦਿੱਕਤ ਆ ਜਾਂਦੀ ਹੈ, ਕਿਹੜੀਆਂ ਸਬਜ਼ੀਆਂ, ਕਿਹੜੇ ਫਰੂਟ, ਕੀ ਕੁਝ ਨਹੀਂ ਖਾਣਾ ਚਾਹੀਦਾ, ਕੀ ਕੁਝ ਉਹ ਖਾ ਸਕਦੇ ਨੇ? ਇਹ ਵੀ ਇੱਕ ਵੱਡਾ ਸਵਾਲ ਜਿਹੜੇ ਹਮੇਸ਼ਾ ਦਿਮਾਗ ਦੇ ਵਿੱਚ ਰਹਿੰਦਾ। ਦੇਖੋ, ਆਮ ਤੌਰ ਤੇ ਇਹ ਚੀਜ਼ ਸਭ ਤੋਂ ਪਹਿਲਾਂ ਨਿਗਲੈਕਟ ਹੋ ਜਾਂਦੀ ਹੈ। ਆਪਾਂ ਦੇਖਦੇ ਹੀ ਨਹੀਂ ਵੀ ਕੀ ਖਾਣਾ ਕੀ ਪੀਣਾ। ਲੋਕੀ ਮੇਰੇ ਕੋਲ ਆਉਂਦੇ ਆ ਕੇ ਕਹਿੰਦੇ ਡਾਕਟਰ ਸਾਹਿਬ ਮੈਨੂੰ ਗੁਰਦਿਆਂ ਦੀ ਬਿਮਾਰੀ ਹੈ ਔਰ 6 ਗ੍ਰਾਮ ਖੂਨ ਆ ਮੇਰਾ। ਤਾਂ ਉਹਨੂੰ ਪੁੱਛਦੇ ਆ ਵੀ ਤੁਸੀਂ ਆਮ ਤੌਰ ਤੇ ਇਹ ਦੇਖਿਆ ਜਾਂਦਾ ਕਿ ਖੂਨ ਨਹੀਂ ਬਣਦਾ ਹੈ, ਜਿਹਦੇ ਗੁਰਦੇ ਖਰਾਬ ਹੁੰਦੇ ਖੂਨ ਘਟਣਾ ਸ਼ੁਰੂ ਹੋ ਜਾਂਦਾ। ਔਰ ਉਹਦਾ ਰੀਜ਼ਨ ਕੀ ਹੁੰਦਾ? ਉਹਦਾ ਰੀਜ਼ਨ ਹੁੰਦਾ ਕਿ ਦਵਾਈਆਂ ਤਾਂ ਉਹ ਸਾਰੀਆਂ ਖਾ ਰਿਹਾ, ਪ੍ਰੋਪਰਲੀ ਲੈ ਰਿਹਾ, ਪਰ ਉਹ ਪਰਹੇਜ਼ ਨਹੀਂ ਕਰ ਰਿਹਾ। ਹੁਣ ਪੁੱਛਿਆ ਜਾਵੇ ਪਰਹੇਜ਼ ਕੀ ਹੈਗਾ ਵਾ, ਨਾ ਉਹਨੂੰ ਡਾਕਟਰ ਨੇ ਦੱਸਿਆ, ਨਾ ਉਹਨੇ ਕਿਸੇ ਪੁੱਛਿਆ। ਅਸੀਂ ਦੇਖਦੇ ਹਾਂ ਕਿ ਖੂਨ ਘੱਟ ਹੈ ਤੇ ਲੋਕੀ ਕਹਿੰਦੇ ਕੀ ਕਰਦੇ ਡਾਕਟਰ ਸਾਹਿਬ ਮੈਂ ਫਰੂਟ ਬੜਾ ਦਬਾ ਕੇ ਖਾਣਾ, ਜੂਸ ਬਹੁਤ ਪੀਣਾ। ਜਦ ਕਿ ਜਿਹਨੂੰ ਗੁਰਦਿਆਂ ਦੀ ਬਿਮਾਰੀ ਹੈ ਨਾ ਤਾਂ ਉਹਨੇ ਫਰੂਟ ਖਾਣਾ ਔਰ ਨਾ ਉਹਨੇ ਜੂਸ ਪੀਣਾ। ਇਹ ਕੰਟਰਾ ਇੰਡੀਕੇਟਿਡ ਹੈ, ਬਿਲਕੁਲ ਮਨਾ ਹੈ ਉਸ ਬੰਦੇ ਨੂੰ। ਕਿਉਂ ਮਨਾ ਹੈ? ਕਿਉਂਕਿ ਗੁਰਦਿਆਂ ਦੀ ਬਿਮਾਰੀ ਦੇ ਵਿੱਚ ਪੋਟਾਸ਼ੀਅਮ ਵੱਧਦਾ ਔਰ ਤੁਹਾਨੂੰ ਪੋਟਾਸ਼ੀਅਮ ਰਿਚ ਡਾਈਟ ਬਿਲਕੁਲ ਮਨਾ ਹੈ। ਲੋ ਡਾਈਟ ਲੈਣੀ ਹੈ ਜਿਹਦੇ ਵਿੱਚ ਸਭ ਤੋਂ ਘੱਟ ਪੋਟਾਸ਼ੀਅਮ ਹੋਵੇ। ਐਦਾਂ ਹੀ ਡਾਈਟ ਲੈਣੀ ਹੈ ਜਿਸ 'ਚ ਸੋਡੀਅਮ ਘੱਟ ਹੋਵੇ। ਸੋਡੀਅਮ ਮਤਲਬ ਚਿੱਟਾ ਨਮਕ, ਪੋਟਾਸ਼ੀਅਮ ਦਾ ਮਤਲਬ ਹੁੰਦਾ, ਪੋਟਾਸ਼ੀਅਮ ਕਲੋਰਾਈਡ ਦਾ ਮਤਲਬ ਹੁੰਦਾ ਕਾਲਾ ਨਮਕ। ਇਹ 2 ਡਾਈਟ ਦੇ ਵਿੱਚੋਂ ਬਿਲਕੁਲ ਖਤਮ ਕਰਨੇ ਆ ਆਪਾਂ। ਔਰ ਇਹ ਸਭ ਤੋਂ ਜ਼ਿਆਦਾ ਕਿਹਦੇ 'ਚ ਹੁੰਦੇ ਆ? ਸਭ ਤੋਂ ਜ਼ਿਆਦਾ ਉਹਨਾਂ ਚੀਜ਼ਾਂ 'ਚ ਹੁੰਦਾ ਜਿਨ੍ਹਾਂ ਨਾਲ ਖੂਨ ਵੱਧਦਾ। ਹਰੀ ਸਬਜ਼ੀਆਂ, ਪਾਲਕ, ਸਾਗ, ਫਰੂਟ, ਸੇਬ ਦੇ ਵਿੱਚ, ਕੇਲੇ ਦੇ ਵਿੱਚ। ਕੇਲੇ ਦੇ ਵਿੱਚ ਸਭ ਤੋਂ ਜ਼ਿਆਦਾ ਪੋਟਾਸ਼ੀਅਮ ਹੁੰਦਾ ਔਰ ਜਿਸ ਬੰਦੇ ਨੂੰ ਕਿਡਨੀ ਦੀ ਬਿਮਾਰੀ ਹੈ ਉਹਦੇ ਲਈ ਕੇਲਾ ਹਾਨੀਕਾਰਕ ਹੈ, ਉਹਨੇ ਕੇਲਾ ਨਹੀਂ ਖਾਣਾ। ਪਰ ਇਹ ਚੀਜ਼ ਆਪਾਂ ਸੋਚਦੇ ਨਹੀਂ ਔਰ ਇਸ ਲਈ ਮਨਾ ਕਰਦੇ ਹਾਂ। ਇਸ ਲਈ ਮੈਂ ਆਪਣੇ ਪੇਸ਼ੈਂਟ ਨੂੰ ਜਨਰਲੀ ਬੋਲਦਾ ਕਿ ਤੁਸੀਂ ਫਰੂਟ ਬਿਲਕੁਲ ਨਹੀਂ ਖਾਣਾ, ਫਰੂਟ ਜੂਸ ਤਾਂ ਬਿਲਕੁਲ ਪੀਣਾ ਹੀ ਨਹੀਂ, ਠੀਕ ਹੈ। ਬਾਕੀ ਜੇ ਸ਼ੂਗਰ ਹੈਗੀ ਹੈ ਤਾਂ ਉਹਦੇ ਰਿਲੇਟਿਡ ਆਪਣੀ ਚੀਜ਼ਾਂ ਤੁਸੀਂ ਖਾਣੀਆਂ। ਫਰੂਟ ਦੇ ਵਿੱਚ ਤੁਹਾਨੂੰ ਐਪਲ ਮਤਲਬ ਸੇਬ, ਅੰਬ, ਤਰਬੂਜ ਔਰ ਕੇਲਾ, ਇਹ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ। ਜੇ ਕਦੀ ਤੁਹਾਡਾ ਮਨ ਕਰਦਾ ਹੀ ਕਦੀ ਫਾੜੀ ਲੈ ਸਕਦੇ ਹੋ ਟੇਸਟ ਦੇਖਣ ਲਈ, ਪਰ ਉਂਝ ਨਹੀਂ ਖਾਣੀਆਂ। ਹਾਂ, ਕੁਝ ਫਰੂਟ ਹੈਗੇ ਆ ਜਿਹੜੇ ਕਿ ਕਿਡਨੀ ਦੀ ਬਿਮਾਰੀਆਂ 'ਚ ਬੜੇ ਹੈਲਪਫੁਲ ਹੁੰਦੇ। ਉਹਨਾਂ 'ਚ ਇੱਕ ਸਭ ਤੋਂ ਵਧੀਆ ਹੁੰਦਾ ਸਟ੍ਰਾਬੇਰੀ ਔਰ ਦੂਸਰਾ ਹੁੰਦਾ ਰਸਬੇਰੀ। ਜਿੰਨੀ ਬੈਰੀਜ਼ ਹੈਗੀਆਂ ਇਹ ਇੱਕ ਪਾਵਰਫੁਲ ਐਂਟੀਆਕਸੀਡੈਂਟ ਹੁੰਦੀ ਹੈ। ਇਹ ਰੀਜੂਵਨੇਸ਼ਨ 'ਚ ਵੀ ਕੰਮ ਕਰਦੀਆਂ। ਸਟੇਜ 3 ਤੱਕ ਦੇ ਬੰਦੇ ਅਗਰ ਰਸਬੇਰੀ ਔਰ ਸਟ੍ਰਾਬੇਰੀ ਰੂਟੀਨ ਦੇ ਵਿੱਚ ਥੋੜੀ ਖਾਂਦੇ ਆ, ਥੋੜੀ, ਮੈਂ ਇੱਥੇ ਫਿਰ ਥੋੜੀ ਬੋਲੂੰਗਾ ਕਿ ਲੋਕਾਂ ਨੂੰ ਰਸਬੇਰੀ ਔਰ ਸਟ੍ਰਾਬੇਰੀ ਬੋਲਿਆ ਜਾਵੇ ਤਾਂ ਅੱਧਾ ਕਿਲੋ ਖਾਣੀ ਸ਼ੁਰੂ ਕਰ ਦਿੰਦੇ, ਉਹ ਵੀ ਨੁਕਸਾਨ ਕਰਦੀ ਹੈ। ਔਰ ਜੇ ਕਿਸੇ ਨੂੰ ਸ਼ੂਗਰ ਹੈਗੀ ਹੈ ਤਾਂ ਉਸ ਹਿਸਾਬ ਨਾਲ ਹੋਰ ਘੱਟ ਖਾਣੀ ਆ ਉਹ। ਬਟ ਹਾਂ, ਇਹ ਦੇਖਿਆ ਗਿਆ ਕਿ ਅਗਰ ਕੋਈ ਕ੍ਰੇਨਬੈਰੀ, ਰਸਬੇਰੀ ਜਾਂ ਫਿਰ ਸਟ੍ਰਾਬੇਰੀ ਖਾਂਦਾ ਹੈ ਤਾਂ ਉਹਨੂੰ ਫਾਇਦਾ ਮਿਲਦਾ ਹੈ ਇਹਨਾਂ ਚੀਜ਼ਾਂ ਦਾ। ਸਬਜ਼ੀਆਂ ਦੇ ਵਿੱਚ ਅਸੀਂ ਬੋਲਦੇ ਹਾਂ ਕਿ ਟਮਾਟਰ, ਕਿਉਂਕਿ ਉਹ ਨਹੀਂ ਖਾਣਾ ਹੈਗਾ। ਕੱਚਾ ਟਮਾਟਰ, ਕੱਚਾ ਪਾਲਕ, ਕੱਚਾ ਸਾਗ, ਮਤਲਬ ਉਹਨੂੰ ਫਰੂਟ ਬਣਾ ਕੇ ਜਾਂ ਉਹਨੂੰ ਸਲਾਦ ਬਣਾ ਕੇ, ਇਹ ਨਹੀਂ ਖਾਣੇ ਆਪਾਂ ਨੇ। ਇਹਨਾਂ ਦੇ ਵਿੱਚ ਪੋਟਾਸ਼ੀਅਮ ਜ਼ਿਆਦਾ ਹੁੰਦਾ। ਇੱਕ ਅਸੀਂ ਟੈਕਨੀਕ ਬੋਲਦੇ ਹਾਂ, ਉਹਨੂੰ ਕਹਿੰਦੇ ਹਾਂ ਲੀਚਿੰਗ। ਲੀਚਿੰਗ ਦਾ ਮਤਲਬ ਹੁੰਦਾ ਹੈ ਕਿ ਪੋਟਾਸ਼ੀਅਮ ਨੂੰ ਸਬਜ਼ੀਆਂ 'ਚੋਂ ਬਾਹਰ ਕੱਢਣਾ। ਦੁਨੀਆ ਦੇ ਇੱਦਾਂ ਦੀ ਕੋਈ ਚੀਜ਼ ਨਹੀਂ ਜਿਸ 'ਚ ਪੋਟਾਸ਼ੀਅਮ ਨਹੀਂ ਹੈਗਾ, ਪਰ ਕੁਝ ਹੈਗੀਆਂ ਜਿਸ 'ਚ ਬਹੁਤ ਜ਼ਿਆਦਾ, ਕੁਝ ਹੈਗੀਆਂ ਬਹੁਤ ਘੱਟ। ਤੂੰ ਘੱਟ ਵਾਲੀਆਂ ਚੂਜ਼ ਕਰਨੀਆਂ। ਔਰ ਜੇ ਅਸੀਂ ਕਦੀ ਖਾਣੀ ਵੀ ਹੈ ਸਬਜ਼ੀਆਂ ਤਾਂ ਉਹਨੂੰ ਅਸੀਂ ਇੱਕ ਲੀਚਿੰਗ ਪ੍ਰੋਸੈਸ ਦੇ ਨਾਲ ਬੋਲਦੇ ਹਾਂ। ਉਹਦੇ 'ਚ ਕੀ ਕਰਨਾ ਹੁੰਦਾ? ਪਹਿਲਾਂ ਸਬਜ਼ੀਆਂ ਨੂੰ ਧੋਣਾ ਠੰਡੇ ਪਾਣੀ ਦੇ ਵਿੱਚ, ਪਹਿਲਾਂ ਉਹਨੂੰ ਉਬਾਲਣਾ, ਉਬਾਲ ਕੇ ਉਹਨੂੰ ਠੰਡੇ ਪਾਣੀ ਦੇ ਵਿੱਚ ਧੋਣਾ। ਜਦੋਂ ਅਸੀਂ ਉਬਲੀ ਹੋਈ ਸਬਜ਼ੀ ਨੂੰ ਠੰਡੇ ਪਾਣੀ ਵਾਲੀ ਟੈਪ ਵਾਟਰ 'ਤੇ ਧੋਨੇ ਆ ਤਾਂ ਉਹ 'ਚੋਂ ਪੋਟਾਸ਼ੀਅਮ ਨਿਕਲ ਜਾਂਦਾ। ਉਹ ਸਬਜ਼ੀ ਅਗਰ ਆਪਾਂ ਖਾਈਏ ਤਾਂ ਸਾਡੇ ਸਰੀਰ ਨੂੰ ਬੈਨੀਫਿਟ ਦਿੰਦੀ ਹੈ ਉਬਲੀ ਹੋਈ ਸਬਜ਼ੀਆਂ। ਸਪੈਸ਼ਲੀ ਜਿਨ੍ਹਾਂ ਨੂੰ ਸਟੇਜ 4 ਜਾਂ ਸਟੇਜ 5 ਹੈ, ਉਹਦੇ 'ਚ ਤਾਂ ਲੀਚਿੰਗ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੋਟੀਨ ਲੀਕ ਕਰਦਾ ਬੋਡੀ 'ਚੋਂ, ਤਾਂ ਪ੍ਰੋਟੀਨ ਪਿੱਛੋਂ ਵੀ ਆਪਾਂ ਘੱਟ ਖਾਣੀ ਹੈ। ਇਹ ਨਹੀਂ ਹੈ ਕਿ ਪ੍ਰੋਟੀਨ ਆਪਾਂ ਦਬਾ ਕੇ ਖਾਈ ਚੱਲੀਏ, ਫਿਰ ਕੀ ਹੋਏਗਾ? ਸਰੀਰ 'ਚ ਯੂਰਿਕ ਐਸਿਡ ਵੱਧ ਜਾਊਗਾ। ਔਰ ਇਹੀ ਚੀਜ਼ਾਂ ਮਿਲਦੀਆਂ ਆਪਾਂ ਨੂੰ ਸਾਰੀਆਂ। ਔਰ ਸਟੇਜ 5 ਦੀ ਗੱਲ ਕਰੀਏ ਜਿਹਦੇ ਵਿੱਚ ਡਾਇਲਿਸਿਸ ਹੋਣਾ ਜਿਹੜਾ ਹੋ ਜਾਂਦਾ ਹੈ ਜਾਂ ਫਿਰ ਕਿਡਨੀ ਬਦਲਣ ਦੀਆਂ ਗੱਲਾਂ ਆ ਜਾਂਦੀਆਂ ਨੇ, ਉਹ ਵਾਲੇ ਪੇਸ਼ੈਂਟ ਵੀ ਕਿਤੇ ਨਾ ਕਿਤੇ ਠੀਕ ਕੀਤੇ ਜਾ ਸਕਦੇ। ਦੇਖੋ, ਮੇਰੇ ਕੋਲ ਅਗਰ ਕੋਈ 20 ਸਾਲ ਦਾ ਬੱਚਾ ਆਵੇ ਔਰ ਆ ਕੇ ਕਵੇ ਕਿ ਮੇਰਾ ਡਾਇਲਿਸਿਸ ਹੁੰਦੇ ਨੂੰ 20 ਵਾਰੀ ਡਾਇਲਿਸਿਸ ਹੋ ਚੁੱਕਿਆ, ਮੈਂ ਤੁਹਾਡੀ ਵੀਡੀਓ ਦੇਖੀ ਸੀ ਜਾਂ ਮੈਂ ਤੁਹਾਡੇ ਬਾਰੇ ਸੁਣਿਆ ਸੀ ਔਰ ਮੇਰੇ ਰਿਲੇਟਿਵ ਨੇ ਤੁਹਾਡੇ ਤੋਂ ਦਵਾਈ ਲਿੱਤੀ ਸੀ, ਤੁਸੀਂ ਮੈਨੂੰ ਵੀ ਦਵਾਈ ਸ਼ੁਰੂ ਕਰ ਦਿਓ, ਤਾਂ ਦੇਖੋ ਮੈਂ ਉਹਨੂੰ ਇਹ ਕਹੂੰਗਾ ਕਿ ਤੂੰ ਡਾਇਲਿਸਿਸ ਦੀ ਲੋੜ ਕਰਵਾਉਣੀ ਤਾਂ ਪੈਣੀ ਹੈ ਤੈਨੂੰ, ਪਰ ਅਗਰ ਤੂੰ ਟ੍ਰਾਂਸਪਲਾਂਟ ਵੱਲ ਜਾ ਸਕਦਾ ਟ੍ਰਾਂਸਪਲਾਂਟ ਕਰਵਾ। ਮੈਂ ਅਗੇਂਸਟ ਨਹੀਂ ਹੈਗਾ ਟ੍ਰਾਂਸਪਲਾਂਟ ਦੇ। ਰੀਜ਼ਨ ਕਿਉਂਕਿ ਤੇਰੀ 20 ਸਾਲ ਉਮਰ ਹੈ, ਠੀਕ ਹੈ, ਔਰ ਉਸ ਤੋਂ ਬਾਅਦ
ਜੇ 100 ਸਾਲ ਤੱਕ ਜਾਣਾ, 70 ਸਾਲ 80 90 ਸਾਲ ਤੱਕ ਜਾਣਾ ਹੈ, ਤਾਂ ਤੂੰ ਦਵਾਈਆਂ ਦੇ ਸਹਾਰੇ ਔਰ ਇਹਦੇ ਡਾਇਲਿਸਿਸ ਸਾਰੇ ਨਹੀਂ ਜਾ ਸਕਦਾ। ਬਟ ਅਗਰ ਕੋਈ 40 ਸਾਲ ਦਾ ਬੰਦਾ ਹੈਗਾ ਔਰ ਜਿਹਨੇ ਹਜੇ ਤੱਕ ਡਾਇਲਿਸਿਸ ਨਹੀਂ ਕਰਵਾਇਆ ਜਾਂ ਇੱਕ ਅੱਧੀ ਵਾਰ ਕਰਵਾਇਆ, ਕੁਆਲਿਟੀ ਲਾਈਫ ਮੇਨਟੇਨ ਕਰਨ ਵਾਸਤੇ ਤੁਸੀਂ ਆਪਣੀ ਦਵਾਈ ਸ਼ੁਰੂ ਕਰ ਸਕਦੇ ਹੋ। ਹਰ ਚੀਜ਼ ਦਾ ਬੈਨੀਫਿਟ ਹੈ, ਪਰ ਇਹ ਦੇਖਣਾ ਹੈ ਵੀ ਕਿਹਨੂੰ ਕੀ ਦੀ ਲੋੜ ਹੈਗੀ ਹੈ। ਜੇ ਟ੍ਰਾਂਸਪਲਾਂਟ ਦੀ ਲੋੜ ਹੈਗੀ ਹੈ ਤਾਂ ਟ੍ਰਾਂਸਪਲਾਂਟ ਕਰਵਾਓ, ਠੀਕ ਹੈ। ਹੁਣ ਇੱਕ ਬੰਦਾ ਹੈਗਾ ਜੀ ਜਿਹੜਾ ਕਹਿੰਦਾ ਜੀ ਮੈਂ ਡਾਕਟਰ ਸਾਹਿਬ ਟ੍ਰਾਂਸਪਲਾਂਟ ਕਰਾ ਹੀ ਨਹੀਂ ਸਕਦਾ, ਜਾਂ ਮੈਨੂੰ ਇਦਾਂ ਦੀ ਬਿਮਾਰੀ ਹੈਗੀ ਹੈ ਕਿ ਮੈਨੂੰ ਟ੍ਰਾਂਸਪਲਾਂਟ ਹੋ ਹੀ ਨਹੀਂ ਸਕਦਾ, ਠੀਕ ਹੈ। ਉਹਦੇ ਲਈ ਅਸੀਂ ਬੈਠੇ ਹਾਂ, ਸਾਡੇ ਕੋਲ ਆਓ ਤੁਸੀਂ, ਠੀਕ ਹੈ। ਮੇਰੇ ਕੋਲ ਹੁਣ ਤੱਕ ਕਮ ਸੇ ਕਮ ਨਹੀਂ ਤਾਂ ਕੋਈ 30,000 ਬੰਦੇ ਇਸ ਬਿਮਾਰੀ ਦਾ ਇਲਾਜ ਕਰਵਾ ਚੁੱਕੇ ਆ ਜਾਂ ਕਰਵਾ ਰਹੇ ਆ। ਸਾਡੇ ਕੋਲ 4 ਤੋਂ 5 ਸਾਲ ਦਾ ਡਾਟਾ ਮੇਨਟੇਨ ਹੈ ਪੇਸ਼ੈਂਟ ਦਾ, ਜਿਹੜੇ ਕਿ ਚੱਲਦੇ ਪਏ ਆ। ਹੁਣ ਜੇ ਤੁਸੀਂ ਕਹੋ ਕਿ ਉਹ ਬੰਦੇ ਠੀਕ ਹੋ ਗਏ, ਜੀ ਨਹੀਂ, ਉਹ ਠੀਕ ਨਹੀਂ ਹੋ ਗਏ, ਪਰ ਉਹ ਠੀਕ ਹੈ। ਮਤਲਬ ਕਿ ਉਹ ਬੰਦੇ ਜਿਹੜੀ ਸਟੇਜ ਤੇ ਆਏ ਸੀ ਜਾਂ ਤਾਂ ਉਸ ਤੋਂ ਪਿੱਛੇ ਚਲੇ ਗਏ ਜਾਂ ਉੱਥੇ ਹੀ ਹੈ। ਮੇਰਾ ਕੰਮ ਪੇਸ਼ੈਂਟ ਦੀ ਕੁਆਲਿਟੀ ਆਫ ਲਾਈਫ ਨੂੰ ਮੇਨਟੇਨ ਕਰਨਾ ਹੈ, ਉਹਦੀ ਡਿਜ਼ੀਜ਼ ਠੀਕ ਕਰਨਾ ਰੱਬ ਨੇ ਹੈ। ਔਰ ਜਿਹੜੀ ਇਹ ਕ੍ਰੋਨਿਕ ਡਿਜ਼ੀਜ਼ ਹੈਗੀ ਹੈ, ਇਹ ਆਮ ਤੌਰ ਦੇ ਉੱਤੇ ਰਿਵਰਸ ਨਹੀਂ ਹੁੰਦੀ ਜੇ ਸਟੇਜ 4 ਤੇ ਚਲੀ ਜਾਵੇ। ਡਾਇਲਿਸਿਸ ਦੇ ਪੇਸ਼ੈਂਟ ਲਈ ਮੈਂ ਤੁਹਾਡੇ ਲਈ ਇਹ ਬੋਲ ਸਕਦਾ ਕਿ ਅਗਰ ਕੋਈ ਕਿਸੇ ਨੂੰ ਡਾਇਲਿਸਿਸ ਹੋਣੀ ਚੱਲਦੀ ਪਈ ਹੈ, ਤਾਂ ਉਹ ਅਗਰ ਸਾਡੇ ਕੋਲ ਆ ਕੇ ਸਾਡੀ ਕੋਈ ਗਾਈਡਲਾਈਨਸ ਜੋ ਅਸੀਂ ਬਣਾਈਆਂ ਹੋਈਆਂ ਉਹਨੂੰ ਫੋਲੋ ਕਰਦਾ, ਤਾਂ ਉਹਦੀ ਡਾਇਲਿਸਿਸ ਦੀ ਫ੍ਰੀਕੁਐਂਸੀ ਘੱਟ ਜੂਗੀ। ਅਗਰ ਕਿਸੇ ਬੰਦੇ ਨੂੰ ਗੁਰਦੇ ਫੇਲੀਅਰ ਹੋ ਗਿਆ ਔਰ ਗੁਰਦੇ ਦੀ ਬਿਮਾਰੀ ਤੋਂ ਗ੍ਰਸਤ ਹੈ, ਠੀਕ ਹੈ, ਉਹ ਸਟੇਜ 3 ਤੱਕ ਹੈਗਾ, ਕ੍ਰੈਟਿਨਿਨ 2 ਜਾਂ 3 ਹੋ ਗਿਆ, ਤਾਂ ਮੈਂ ਇੱਕ ਦਵਾਈ ਦੱਸਣ ਲੱਗਿਆ, ਉਹਨੂੰ ਨੋਟ ਕਰ ਲਓ ਤੁਸੀਂ ਸਾਰੇ। ਅਗਰ ਇਹ 2 ਦਵਾਈਆਂ ਬੰਦਾ ਖਾ ਲੈਂਦਾ ਤਾਂ ਮੇਰੀ ਗਰੰਟੀ ਹੈ ਕਿ ਉਹਨੂੰ ਡਾਇਲਿਸਿਸ ਦੀ ਨੌਬਤ ਸਾਰੀ ਜ਼ਿੰਦਗੀ ਨਹੀਂ ਆਊਗੀ। ਪਹਿਲੀ ਦਵਾਈ ਦਾ ਨਾਮ ਹੈਗਾ ਆਹ ਗੋਖਰੂ ਚੂਰਨ, ਔਰ ਦੂਜੀ ਦਵਾਈ ਹੈਗੀ ਆਹ ਪੰਚ ਤ੍ਰਿਣਮੂਲ ਕਵਾਤ। ਅਗਰ ਕੋਸਟ ਵਾਈਜ਼ ਦੇਖਿਆ ਜਾਵੇ ਤਾਂ ਇਹ ਟੋਟਲ ਕੋਸਟ ਇਹਨਾਂ ਦੋਨਾਂ ਦੀ ਮਹੀਨੇ ਦੀ ਦਵਾਈ ਦੀ ਬਣਦੀ ਹੈ 150 ਤੋਂ 200 ਰੁਪਏ। 200 ਰੁਪਏ ਅਗਰ ਉਹ ਆਪਣੇ ਤੇ ਖਰਚ ਲੈਂਦਾ ਤਾਂ ਉਹ ਠੀਕ ਹੋ ਜਾਊਗਾ। ਲੋਕੀ ਨਾਮ ਨਹੀਂ ਦੱਸਦੇ, ਅਸੀਂ ਨਾਮ ਵੀ ਤੁਹਾਨੂੰ ਦੱਸ ਰਹੇ ਹਾਂ ਔਰ ਇਹਦਾ ਯੂਜ਼ ਵੀ ਕਿਵੇਂ ਕਰਨਾ ਹੈਗਾ। ਸਿੰਪਲ ਅੱਧਾ ਕੱਪ ਦੁੱਧ ਲੈਣਾ, ਅੱਧਾ ਕੱਪ ਪਾਣੀ ਲੈਣਾ ਔਰ ਅੱਧਾ ਚਮਚ ਦਵਾਈ ਦਾ ਪਾਣਾ, ਔਰ ਉਹਨੂੰ ਪਾ ਕੇ ਉਬਾਲ ਲੈਣਾ। ਉਦੋਂ ਤੱਕ ਰਝਾ ਲੈਣਾ ਜਦ ਤੱਕ ਉਹ ਅੱਧਾ ਨਾ ਰਹਿ ਜਾਵੇ। ਅੱਧਾ ਰਹਿ ਗਿਆ ਸਵੇਰੇ ਖਾਲੀ ਪੇਟ ਪੀ ਲੈਣਾ। ਐਦਾਂ ਹੀ ਇਹਦੇ 4 ਚਮਚ ਸਵੇਰੇ ਸ਼ਾਮ ਲੈਣੇ ਆ, ਅੱਧੇ ਗਲਾਸ ਪਾਣੀ ਦੇ ਵਿੱਚ ਪਾ ਕੇ। ਇਹਨਾਂ ਦੋਨਾਂ ਦਵਾਈਆਂ ਨੂੰ ਅਪਣਾ ਲਓ, ਗੁਰਦੇ ਬਚ ਜਾਣਗੇ, ਤੁਹਾਡੀ ਜ਼ਿੰਦਗੀ ਬਚ ਜਾਏਗੀ ਔਰ ਕੁਆਲਿਟੀ ਲਾਈਫ ਤੁਹਾਡੀ ਮੇਨਟੇਨ ਹੋ ਜਾਊਗੀ। ਸਿਰਫ 140-50 ਰੁਪਏ ਦੀ ਦਵਾਈ ਗੁਰਦਿਆਂ ਦੇ ਲਈ ਜਿਨ੍ਹਾਂ ਨੂੰ ਡਾਇਲਿਸਿਸ ਤੱਕ ਦੀ ਨੌਬਤ ਆ ਗਈ ਹੈ, ਔਰ ਇਹ 2 ਦਵਾਈਆਂ ਤੁਸੀਂ ਬਾਜ਼ਾਰ ਦੇ ਵਿੱਚੋਂ ਕਿਤੋਂ ਵੀ ਖਰੀਦ ਲਓ, ਤੁਹਾਨੂੰ ਨਾਮ ਸਕਰੀਨ ਦੇ ਉੱਪਰ ਅਸੀਂ ਦੁਬਾਰਾ ਫਿਰ ਦੇ ਦਿੰਨੇ ਹਾਂ, ਔਰ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਜਮਾਉਣਾ ਸ਼ੁਰੂ ਕਰ ਦਿਓ ਤਾਂ ਡਾਇਲਿਸਿਸ ਤੱਕ ਜਾਣ ਦੀ ਨੌਬਤ ਵੀ ਤੁਹਾਡੀ ਬਚ ਸਕਦੀ ਹੈ। ਕ੍ਰੀਟੀਨਾਈਨ ਲੈਵਲ ਜਿਨ੍ਹਾਂ ਦਾ ਸਟੇਜ 3 ਤੱਕ ਪਹੁੰਚ ਚੁੱਕਿਆ ਹੈ, ਉਹ ਵੀ ਡਾਕਟਰ ਸਾਹਿਬ ਦਾ ਕਹਿਣਾ ਵੀ ਰਿਕਵਰ ਹੋ ਜਾਂਦੇ ਆ। ਡਾਕਟਰ ਸਾਹਿਬ ਇਹਦਾ ਬਹੁਤ ਵਧੀਆ ਨੁਸਖਾ, ਬਹੁਤ ਲੋਕਾਂ ਦੇ ਕੰਮ ਆਉਣ ਵਾਲਾ ਹੈਗਾ ਜੀ। ਡੈਫੀਨੇਟਲੀ ਲੋਕੀ ਆਮ ਤੌਰ ਦੇ ਉੱਤੇ ਸਾਡੇ ਕੋਲ ਪਹੁੰਚਦੇ ਹੀ ਉਦੋਂ ਹੈ ਜਦੋਂ ਉਹਨਾਂ ਦਾ ਕ੍ਰੈਟਿਨਿਨ ਬਹੁਤ ਵੱਧ ਜਾਂਦਾ। ਅਗਰ ਉਹ ਸਟੇਜ 3 ਤੱਕ ਜਦੋਂ ਕ੍ਰੈਟਿਨਿਨ 2 ਜਾਂ 3 ਹੈਗਾ ਔਰ ਇਹਨਾਂ ਚੀਜ਼ਾਂ ਨੂੰ ਅਪਣਾ ਲੈਣ, ਆਪਣੀ ਲਾਈਫ ਦੇ ਵਿੱਚ ਮੇਨਟੇਨ ਕਰ ਲੈਣ, ਤਾਂ ਉਹਨਾਂ ਦਾ ਨਹੀਂ ਵਧੂਗਾ। ਇਹ ਗਰੰਟੀ ਹੈ ਸਾਡੀ। ਤੇ ਅਗਰ ਕਈ ਵਾਰ ਹੋਰ ਜ਼ਿਆਦਾ ਦਿੱਕਤ ਆ ਜਾਂਦੀ ਹੈ, ਬਾਥਰੂਮ ਦੀ ਪ੍ਰੋਬਲਮ ਵੀ ਇਹਦੇ ਨਾਲ, ਪਿਸ਼ਾਬ ਕਰਨ ਦੇ ਵਿੱਚ ਆ ਜਾਂਦੀ ਹੈ, ਕਿ ਉਹ ਵੀ ਇਹਨਾਂ ਦੋਨਾਂ ਦਵਾਈਆਂ ਨਾਲ ਕਵਰ? ਇਹਨਾਂ ਦੋਨਾਂ ਦਵਾਈਆਂ ਨਾਲ ਮੈਕਸਿਮਮ ਚੀਜ਼ਾਂ ਘੱਟ ਫਰਕ ਪੈ ਜਾਂਦਾ, ਕਿਉਂਕਿ ਆਮ ਤੌਰ ਦੇ ਉੱਤੇ ਪਿਸ਼ਾਬ ਦੇ ਵਿੱਚ ਝੱਗ ਬਣਨੀ ਸ਼ੁਰੂ ਹੋ ਜਾਂਦੀ ਹੈ ਪਹਿਲੀ, ਦੂਜੀ, ਤੀਜੀ ਸਟੇਜ ਦੇ ਵਿੱਚ, ਜਿਹਨੂੰ ਅਸੀਂ ਪ੍ਰੋਟੀਨ ਲੀਕ ਬੋਲਦੇ ਹਾਂ। ਇਹ ਦੋਨੋਂ ਦਵਾਈਆਂ ਉਸ ਪ੍ਰੋਬਲਮ ਨੂੰ ਰੋਕ ਦਿੰਦੀਆਂ, ਮਤਲਬ ਤੁਹਾਡੇ ਰੂਟ ਨੂੰ ਪਕੜ ਲੈਂਦੀਆਂ। ਫਿਰ ਵੀ ਅਗਰ ਕਿਸੇ ਨੂੰ ਪਿਸ਼ਾਬ ਦੀ ਜਲਨ ਹੋ ਰਹੀ ਹੈ, ਜਲਨ ਦੇ ਨਾਲ ਉਹਨੂੰ ਦਰਦ ਹੋ ਰਿਹਾ ਪਿਸ਼ਾਬ ਵਾਲੀ ਜਗ੍ਹਾ ਤੇ, ਜਾਂ ਉਹਨੂੰ ਪਿਸ਼ਾਬ ਖੁੱਲ ਕੇ ਨਹੀਂ ਆ ਰਿਹਾ, ਤਾਂ ਇੱਕ ਛੋਟੀ ਜਿਹੀ ਦਵਾਈ ਅਸੀਂ ਹੋਰ ਦਿੰਦੇ ਹਾਂ ਜਿਹਦਾ ਨਾਮ ਹੈਗਾ ਚੰਦਨ ਆਸਫ। ਇਹਦੇ 3 ਚਮਚ ਸਵੇਰੇ, 3 ਚਮਚ ਸ਼ਾਮ ਨੂੰ ਅੱਧੇ ਗਲਾਸ ਪਾਣੀ ਦੇ ਵਿੱਚ ਪਾ ਕੇ ਲੈਣੇ ਆ ਰੋਟੀ ਖਾਣ ਤੋਂ ਬਾਅਦ। ਇਹ 3 ਦਵਾਈਆਂ ਸਟੇਜ 3 ਤੱਕ ਦੇ ਬੰਦਿਆਂ ਲਈ ਸਫੀਸ਼ੀਐਂਟ ਹੈ। ਟੋਟਲ ਖਰਚਾ ਇਹਨਾਂ ਦਵਾਈਆਂ ਦਾ 200 ਰੁਪਏ ਤੋਂ ਵੱਧ ਨਹੀਂ ਆਉਂਦਾ ਮਹੀਨੇ ਦਾ, ਔਰ 4 ਤੋਂ 5 ਰੁਪਏ ਦੀ ਰੋਜ਼ ਦੀ ਦਵਾਈ ਬਣਦੀ ਹੈ। ਅਗਰ ਇਹ ਦਵਾਈਆਂ ਲੈ ਲੈਣ, ਨਾਲ ਆਪਣਾ ਸ਼ੂਗਰ ਜਾਂ BP ਨੂੰ ਮੇਨਟੇਨ ਕਰ ਲੈਣ, ਮੈਨੂੰ ਨਹੀਂ ਲੱਗਦਾ ਉਹਨੂੰ ਕਦੀ ਡਾਇਲਿਸਿਸ ਦੀ ਨੌਬਤ ਆਏਗੀ। ਮੈਂ ਬੈਠਾ, ਉਹਨੂੰ ਡਾਇਲਿਸਿਸ ਨਹੀਂ ਹੋਣਾ ਕਦੀ ਉਹਦਾ। ਸਿਰਫ ਇਹ 3 ਮੈਡੀਸਿਨ ਹੈਗੀਆਂ ਨੇ। ਅਗਰ ਇਸ ਤੋਂ ਜ਼ਿਆਦਾ ਵੀ ਅਗਰ ਤੁਹਾਨੂੰ ਕੋਈ ਦਿੱਕਤ ਰਹਿੰਦੀ ਹੈ ਤੇ ਕਿ ਮੈਡੀਸਿਨ ਡਾਕਟਰ ਸਾਹਿਬ ਨੇ ਹੋਰ ਦੱਸੀ ਹੈ, ਇਸ ਦਾ ਵੀ ਨਾਮ ਅਸੀਂ ਨੀਚੇ ਮੈਂਸ਼ਨ ਕਰ ਦਿੰਦੇ ਹਾਂ। ਕਿਤੋਂ ਵੀ ਤੁਸੀਂ ਇਹ ਲੈ ਲਓ, ਜੋ ਆਯੁਰਵੈਦਿਕ ਦਵਾਈਆਂ ਜਿੱਥੋਂ ਤੁਹਾਨੂੰ ਮਿਲਦੀਆਂ ਹੋਣਗੀਆਂ। 200 ਰੁਪਏ ਮਹੀਨੇ ਦੇ ਵਿੱਚ ਤੁਸੀਂ ਡਾਇਲਿਸਿਸ ਤੱਕ ਦੀ ਭਿਆਨਕ ਬਿਮਾਰੀ ਤੋਂ ਵੀ ਬਚ ਸਕਦੇ ਹੋ। ਅਗਰ ਤੁਹਾਨੂੰ ਫਿਰ ਵੀ ਬਹੁਤ ਜ਼ਿਆਦਾ ਦਿੱਕਤ ਹੈ, ਮੰਨ ਲਓ ਤੁਹਾਨੂੰ ਡਾਇਲਿਸਿਸ ਤੱਕ ਤੁਸੀਂ ਪਹੁੰਚ ਚੁੱਕੇ ਹੋ, ਤੁਹਾਨੂੰ ਡਰ ਲੱਗ ਰਿਹਾ ਵੀ ਕਿਤੇ ਕਿਡਨੀ ਫੇਲੀਅਰ ਨਾ ਹੋ ਜਾਏ, ਤਾਂ ਡਾਕਟਰ ਬਾਂਸਲ ਜੀ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ। ਹਜ਼ਾਰੋਂ ਮਰੀਜ਼ ਜੋ ਠੀਕ ਹੋ ਚੁੱਕੇ ਨੇ, ਉਹਨਾਂ ਦਾ ਡਾਟਾ ਇਹਨਾਂ ਕੋਲ ਹੈਗਾ ਹੈ। PhD ਡਾਕਟਰ ਆਯੁਰਵੈਦਿਕ ਸਪੈਸ਼ਲਿਸਟ ਕਿਡਨੀ ਔਰ ਪੇਟ ਦੇ ਲਈ ਪੰਜਾਬ ਦੇ ਵਿੱਚ ਨੰਬਰ 1, ਜਿਨ੍ਹਾਂ ਨੂੰ ਮੈਂ ਨਾਮ ਦੇ ਸਕਦਾ ਕਿ ਤੁਸੀਂ ਦੇਖ ਵੀ ਸਕਦੇ ਹੋ। ਔਰ ਇਹਨਾਂ ਨੂੰ ਆ ਕੇ ਤੁਸੀਂ ਜ਼ਰੂਰ ਮਿਲੋ, ਸਲਾਹ ਲਓ। ਔਰ ਸਰ OPD ਫੀਸ ਤੁਹਾਡੀ ਕਿੰਨੀ ਹੈਗੀ ਜੀ? OPD ਫੀਸ ਅਸੀਂ ਬਿਲਕੁਲ ਨੋਮੀਨਲ ਰੱਖੀ ਹੋਈ ਹੈ, ਸਿਰਫ 100 ਰੁਪਏ। 100 ਰੁਪਏ ਹਾਂ। ਔਰ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਵੀ ਇਹ ਵੀਡੀਓ ਦੇਖ ਕੇ ਜਿਹੜੇ ਆਉਂਦੇ ਆ ਤਾਂ ਤੁਹਾਨੂੰ OPD ਫੀਸ ਵੀ ਸਰ
ਫ੍ਰੀ ਕਰ ਦਾਂਗੇ ਜੀ। ਓਪੀਡੀ ਫੀਸ ਵੀ ਤੁਹਾਡੇ ਤੋਂ, ਜੋ ਖਾਸ ਕਰਕੇ ਵੀਡੀਓ ਦੇਖ ਕੇ ਆਉਂਦੇ ਨੇ, ਓਪੀਡੀ ਫੀਸ ਵੀ ਤੁਹਾਡੇ ਤੋਂ ਨਹੀਂ ਲੱਤੀ ਜਾਏਗੀ। ਤਾਂ ਵੱਧ ਤੋਂ ਵੱਧ ਫਾਇਦਾ ਲਓ ਜਿੰਨਾ ਤੁਸੀਂ ਲੈ ਸਕਦੇ ਹੋ, ਔਰ ਜੁੜੇ ਰਹੋ ਸਾਡੇ ਨਾਲ, ਡਿਜੀਟਲ ਪੰਜਾਬ ਦੇ ਨਾਲ। ਅਗਲੀ ਵਾਰ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ, ਇੱਕ